कि संत जरनैल सिंह की बॉडी जिहड़ी सी शरीर ਉਹਦੀ एक लत्त इदां थल्ले लटकदी आ रही सी। 5 जून 1984 की घटना का जिक्र कर रहे हाँ जी, हाँ जिस जी। दिन वो वापरिया सी। हाँ हाँ 5 या 6 या 4 5 एक एग्जैक्ट उन्हें लत्त नूं हथ लाया, ठीक है ना, इधर घूमने ऊपर करने की कोशिश की होनी, मगर उस तो बाद जाके की होया जो अरदास होने लगी तो वो भी हाथ जोड़ के परमिशन पे खड़ा सी। ਉਹਦੀ ਇਨਕੁਆਰੀ ਹੋਈ, ਉਹਨੂੰ सवाल किए गए तो तू अरदास के टाइम हाथ क्यों जोड़े, उन्हें कहा थले देख, उन्हें होर उच्चा देखिया, उन्हें उस लेफ्टिनेंट के मुंह से थुकिया, उस लेफ्टिनेंट ने उन्हें गोली ना मार के ਉਹਦੇ शरीर ਨੂੰ अफसोस की गल है सरोवर च सुट दिता। ਜਿਹੜਾ ਬੋਲਦਾ ਸੀ ਫੌਜ ਦਾ ਅਫਸਰ ਸਿੱਖ ਧਰਮ ਦੇ ਖਿਲਾਫ, ਉਹਦੇ ਹਿੱਕ ਚ ਗੋਲੀ जिन्हें ਮਾਰੀ। क्या जश्न मनाओ, ਜਸ਼ਨ ਮਨਾਓ। हाँ वो ਵੀ तो ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਤਮ ਕਰ ਦਿੱਤੇ ਨੇ, ਉਹਨਾਂ ਕਿਹਾ ਵੀ ਜਸ਼ਨ ਮਨਾਓ, ਉਹਦੇ ਹਿੱਕ ਚ ਜਾ ਕੇ ਗੋਲੀ ਮਾਰੀ। ਉਹਦੀ ਹਿੱਕ ਚ ਉਹਨੇ ਬੰਦੂਕ ਚ ਕਿੱਠਾ ਮਾਰਿਆ, ਉਹ ਛਾਤੀ 'ਚ ਵੱਜਿਆ। ਜਿਹੜੇ ਟਰੈਵਲ ਕਰ ਰਹੇ ਸੀ 31 ਅਕਤੂਬਰ ਤੋਂ ਬਾਅਦ ਉਹਨਾਂ ਨੂੰ ਗੱਡੀਆਂ, ਜਿਹੜੇ ਕਿ ਕਿਤੇ ਕੋਈ ਪੋਸਟਿੰਗ ਜਾ ਰਿਹਾ, ਕਿਤੇ ਕੋਈ ਕੋਰਸ ਵਾ ਜਾ ਰਿਹਾ, ਕਿਤੇ ਡਿਊਟੀ ਜਾ ਰਿਹਾ, ਉਹਨਾਂ ਨੂੰ ਗੱਡੀਆਂ 'ਚ ਕੱਢ ਕੇ ਮਾਰਿਆ ਗਿਆ। ਜਦੋਂ ਹੁਕਮ ਦਿੱਤਾ ਸਰਕਾਰ ਨੇ ਦੇਣਾ ਸੀ, ਉਹਦੇ 'ਚ ਭਾਵੇਂ ਜੋ ਮਰਜ਼ੀ ਕਹੀ ਜਾਣ ਕਿ ਸਿਆਸੀ ਨੇਤਾ ਵੀ ਸ਼ਾਮਲ, ਉਹਨਾਂ ਨੇ ਕਿਹਾ ਸੀ ਆਹ ਕਰੋ ਉਹ ਕਰੋ, ਪਰ ਅਖੀਰ ਤੇ ਫੈਸਲਾ ਜਿਹੜਾ ਸੀ ਉਹ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਿਆ। ਜਨਰਲ ਰਣਜੀਤ ਸਿੰਘ ਦਿਆਲ ਸੀ, ਜਿਹਨੂੰ ਕਿ ਬਹੁਤ ਵੱਡੇ ਮਾਨ ਸਨਮਾਨ ਮਾਂ ਵੀ ਚੱਕਰ ਮਿਲਿਆ ਸੀ 65 ਦੀ ਜੰਗ, ਉਹਨੂੰ ਉਹ ਤੇ ਇਦਾਂ ਹੋਇਆ ਕਿ ਉਹਦੇ ਭੋਗ ਤੇ ਜਦੋਂ ਪੂਰਾ ਹੋ ਗਿਆ ਤੇ ਕੋਈ ਪਾਠ ਕਰਨ ਵਾਸਤੇ ਤਿਆਰ ਨਹੀਂ ਸੀ। ਜੂਨ ਦਾ ਮਹੀਨਾ ਚੜ੍ਹਦੇ ਹੀ ਉਹ ਜ਼ਖਮ ਹਰੇ ਹੋ ਜਾਂਦੇ ਨੇ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ। ਉਸ ਆਪਰੇਸ਼ਨ ਦਾ ਨਾਮ ਫੌਜ ਨੇ ਆਪਰੇਸ਼ਨ ਬਲੂ ਸਟਾਰ ਦਿੱਤਾ ਸੀ। ਅੱਜ 38 ਸਾਲ ਵਾਪਰ ਚੁੱਕੇ ਨੇ ਉਸ ਦਰਦਨਾਕ ਹਾਦਸੇ ਨੂੰ, ਪਰ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਏ ਤਾਂ ਫਿਰ ਉਹ ਪਲ ਨੇ ਜਿਹੜੇ ਸਿੱਖਾਂ ਦੇ ਅੱਖਾਂ ਦੇ ਵਿੱਚ, ਕੌਮ ਦੇ ਅੱਖਾਂ ਦੇ ਵਿੱਚ ਅਥਰੂ ਲਿਆ ਦਿੰਦੇ ਨੇ। ਸਾਡੇ ਨਾਲ ਅੱਜ ਸਾਬਕਾ ਬ੍ਰਿਗੇਡੀਅਰ ਨੇ ਕੁਲਦੀਪ ਸਿੰਘ ਕਾਲੋਂ, ਜਿਨ੍ਹਾਂ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਜਦੋਂ 1984 ਦਾ ਸਮਾਂ ਸੀ, ਜੂਨ ਦਾ ਸਮਾਂ ਸੀ, ਤਾਂ ਉਸ ਸਮੇਂ ਇਹਨਾਂ ਦੀ ਵੀ ਡਿਊਟੀ ਲੱਗੀ ਸੀ ਇੱਕ ਪਲਟਨ ਨੂੰ ਕੰਟਰੋਲ ਕਰਨ ਦੇ ਲਈ, ਕਿਉਂਕਿ ਜਦੋਂ ਹਰਮੰਦਰ ਸਾਹਿਬ ਤੇ ਫੌਜ ਨੇ ਹਮਲਾ ਕਰ ਦਿੱਤਾ ਤਾਂ ਉਸ ਸਮੇਂ ਜਿਹੜੇ ਫੌਜੀ ਸੀ ਸਿੱਖ ਰੈਜੀਮੈਂਟ ਦੇ ਤੇ ਹੋਰ ਕਈ ਰੈਜੀਮੈਂਟਾਂ ਦੇ ਜਿਹੜੇ ਸਿੱਖ ਸੀ, ਉਹਨਾਂ ਨੇ ਬਗਾਵਤ ਕਰ ਦਿੱਤੀ ਸੀ। ਗੱਲਬਾਤ ਕਰਾਂਗੇ ਕਾਲੋ ਸਾਹਿਬ ਨਾਲ। ਕਾਲੋ ਸਾਹਿਬ, ਡੀ ਸਾਹਿਬ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਜਦੋਂ 1984 ਦਾ ਸਮਾਂ ਸੀ, ਜੂਨ ਦਾ, ਜਦੋਂ ਹਰਮੰਦਰ ਸਾਹਿਬ ਦੇ ਵਿੱਚ ਇਹ ਘਟਨਾ ਵਾਪਰੀ, ਤੁਹਾਡੀ ਡਿਊਟੀ ਕਿੱਥੇ ਸੀ ਤੇ ਤੁਸੀਂ ਕਿੱਥੇ ਮੌਜੂਦ ਸੀ? ਉਹ ਤੁਸੀਂ ਪਹਿਲਾਂ ਠੀਕ ਫਰਮਾਇਆ ਹੈ ਕਿ ਆਪਰੇਸ਼ਨ ਬਲੂ ਸਟਾਰ ਦਰਅਸਲ ਉਸ ਤੋਂ ਵਾਪਰਿਆ ਭਿਅੰਕਰ ਖੂਨੀ ਸਾਕਾ ਨੇ ਸਿੱਖ ਜਗਤ ਨੂੰ ਝੰਜੋਲ ਕੇ ਰੱਖਤਾ ਜੀ। ਔਰ ਜੋ ਉਸ ਸਮੇਂ ਕਹਿਰ ਵਾਪਰਿਆ, ਇਹਨੂੰ ਦੋ ਭਾਗਾਂ 'ਚ ਲਿਆ ਜਾ ਸਕਦਾ ਹੈ, ਪਰ ਤੁਸੀਂ ਇਹ ਮੇਰੇ ਨਾਲ ਜ਼ਿਕਰ ਕੀਤਾ ਕਿ ਤੁਸੀਂ ਉਸ ਵੇਲੇ ਕਿੱਥੇ ਸੀ। ਪਰ ਮੈਂ ਦੱਸਣਾ ਚਾਹੁੰਦਾ ਉਸ ਤੋਂ ਪਹਿਲਾਂ ਕਿ ਇਹ ਇੱਕ ਇਹੋ ਜਿਹਾ ਖੂਨੀ ਸਾਕਾ, ਇਹੋ ਜਿਹਾ ਆਪਰੇਸ਼ਨ ਸੀ ਜੋ ਕਿ ਪਹਿਲਾਂ ਕਦੀ ਇਸ ਕਿਸਮ ਦੀ ਵਾਰਦਾਤ ਨਹੀਂ ਹੋਈ, ਕਾਰਨਾਮਾ ਨਹੀਂ ਕੀਤਾ ਗਿਆ ਕਿਸੇ ਵੀ ਸਰਕਾਰ ਨੇ। ਮਗਰ ਇਸ ਵਿੱਚ ਫੌਜੀ ਜੋ ਕਿ ਫੌਜੀ ਵਰਦੀਆਂ ਵਿੱਚ ਸਨ, ਉਹ ਬੜੀ ਕਸੂਤੀ ਕੁੜਕੀ 'ਚ ਫਸ ਗਏ। ਇੱਕ ਪਾਸੇ ਉਹਨਾਂ ਦੀ ਧਾਰਮਿਕ ਆਸਥਾ, ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਦੇ ਫੌਜ ਦਾ ਹਮਲਾ, ਉਹਨਾਂ ਦੀ ਉਸੇ ਫੌਜ ਜਿਹਨਾਂ 'ਚ ਤੇ ਉਹ ਰਹੇ ਨੇ, ਰਹਿ ਵੀ ਰਹੇ ਸਨ, ਭਾਵੇਂ ਦੂਸਰੀ ਪਲਟਨ ਕੀਤਾ, ਪਰ ਹੈ ਤੇ ਫੌਜ ਤੇ ਸਾਂਝੀ ਸੀ ਨਾ। ਇੱਕ ਉਹਦੇ ਨਾਲ ਫੌਜ ਦੇ ਉੱਪਰ ਬਹੁਤ ਪ੍ਰਭਾਵ ਪਿਆ ਔਰ ਬਹੁਤ ਸਾਰੀਆਂ ਸਿੱਖ ਪਲਟਨਾਂ ਤੇ ਕਾਇਮ ਰਹੀਆਂ, ਪਰ ਕਈ ਵਿੱਚੋਂ ਭਗੌੜੇ ਵੀ ਹੋਏ ਜੀ। ਮੈਂ ਉਸ ਵੇਲੇ, ਤੁਸੀਂ ਆ ਜ਼ਿਕਰ ਕੀਤੀ ਹੈ, ਮੈਂ ਉਸ ਵੇਲੇ ਪ੍ਰੀਡੋਮੀਨੈਂਟਲੀ ਸਿੱਖ ਯੂਨਿਟ, ਯਾਨੀ ਕਿ ਜ਼ਿਆਦਾਤਰ ਸਿੱਖ ਫੌਜੀ 51 ਮਾਊਂਟਨ ਰੈਜੀਮੈਂਟ ਪੁੰਛ ਵਿਖੇ ਸੀਗਾ। 83 'ਚ ਮੈਂ ਪਲਟਨ ਲੈ ਗਿਆ ਸੀ, ਉਦੋਂ ਲੈਫਟੀਨੈਂਟ ਕਰਨਲ ਸੀ, ਬਾਅਦ 'ਚ ਕਰਨਲ ਹੀ ਬਣਿਆ ਜੀ। ਤੇ ਮੈਂ 2 ਬੈਟਰੀਆਂ ਜਿਹਦੇ 'ਚ ਸਿੱਖ, ਇੱਕ ਸਾਡੀਆਂ 3 ਬੈਟਰੀਆਂ ਹੁੰਦੀਆਂ ਤੋਪਖਾਨੇ, 18 ਗੱਲਾਂ, ਇੱਕ ਡੋਗਰਾ ਸੀ। ਮੈਨੂੰ ਉਸ ਪਲਟਨ ਦੀ ਕਮਾਂਡ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਕਿ ਮੈਂ 71 ਦੇ ਵਿੱਚ ਲੜਾਈ ਉਹਨਾਂ ਨਾਲ ਲੜ ਚੁੱਕਿਆ ਸੀ ਐਜ਼ ਏ ਕੈਪਟਨ, ਐਜ਼ ਏ ਮੇਜਰ ਜੀ। ਮਗਰ ਜਦੋਂ ਇਹ ਵੀ ਗੱਲ ਕਰਦੇ ਹਾਂ, ਜਦੋਂ ਮੈਂ
ਪ੍ਰਮੋਸ਼ਨ ਬੋਰਡ ਹੁੰਦੇ ਜੋ ਮੇਜਰ ਤੋਂ ਲੈਫਟੀਨੈਂਟ ਕਰਨਲ ਵਾਲੇ ਮੈਂ ਦਵਲਾਲੀ ਸੀਗਾ ਮਲਟੀ ਪੈਰਲ ਰਾਕਟ ਲਾਂਚਰ ਦਾ ਤੁਸੀਂ ਉਦੋਂ ਰਾਕਟ ਲਾਂਚਰ ਵਾਲੀ ਗੱਲ ਕੀਤੀ ਹੈ ਜਿਹੜੇ ਕੋ BM-21 ਗ੍ਰੈਡ ਜਿਹਦੇ ਕਿ 30 ਸਕਿੰਟਾਂ 'ਚ ਇੱਕ BM-21 ਗ੍ਰੈਡ ਜਿਹੜਾ ਉਹ 40 ਰਾਕਟ 6 ਮੀਟਰ ਲੰਬੇ ਦਾਗ ਸਕਦਾ ਉਹਦੇ 'ਚ ਟਵਾਈ ਸੀ ਤੇ ਮੈਨੂੰ ਉੱਥੇ ਕਮਾਂਡ ਕਰਨ ਵਾਸਤੇ ਵੈਸੇ ਮੇਰਾ ਨਾਂ ਜਿਹੜਾ ਸੀ ਉਹ ਜਾ ਚੁੱਕਿਆ ਸੀ ਆਰਮੀ ਕਮਾਂਡਰ ਵਾਂਟਡ ਮੀ ਕਿ ਉੱਥੇ ਦਵਲਾਲੀ ਮੈਂ ਬੱਚੇ ਪੜ੍ਹਦੇ ਪਰ ਜਦੋਂ ਮੇਰੇ ਸਾਡੇ CEO ਦੀ ਰਾਏ ਵਾਲਾ ਸੀ ਸਾਡੇ ਸੀ ਕਲਨ ਸਪਰਾ ਅਨਫੋਰਚੂਨੇਟਲੀ ਡਿਊਰਿੰਗ ਦੀ ਇਨਸਪੈਕਸ਼ਨ ਹੀ ਕੋਲੈਪਸਡ ਤੇ ਆਰਮੀ ਹੈੱਡਕੁਆਟਰ ਲੱਭ ਰਿਹਾ ਸੀ ਕੋਈ ਪੁਰਾਣਾ ਉਹ ਵਾਯੋ ਲੱਭੋ ਪੁਰਾਣਾ ਉਹ ਲੱਭੋ ਜਿਹਨੇ ਕੋਈ ਪਹਿਲੋਂ ਫੌਜ 'ਚ SA-51 ਮਾਊਂਟਨ 'ਚ ਰਿਹਾ ਤੇ ਮੇਰਾ ਨਾਂ ਕਿਸੇ ਹੋਰ ਦਾ ਕਰਨਲ ਨਾਂ ਦਾ ਆਇਆ ਉਹਨੇ ਅਵੋਇਡ ਕੀਤਾ ਉਹ ਕਿਉਂਕਿ ਉਹ ਵਲਿੰਗਟਨ ਸੀ ਉਹ ਨਹੀਂ ਆਇਆ ਉਹਨੇ ਹੱਥ ਖੜੇ ਕਰਤੇ ਉਹਨੇ ਕਿਹਾ 51 ਪਤਾ ਸੀ ਕਿ ਫੀਲਡ ਏਰੀਆ ਜਾਣਾ ਉਦੋਂ ਨਹੀਂ ਸੀ ਪਤਾ ਬਲੂ ਸਟਾਰ ਦਾ ਨਾ ਉਦੋਂ ਤੇ ਫੀਲਡ ਏਰੀਆ ਜਾਣਾ ਸੀ ਆਪਰੇਸ਼ਨਲ ਏਰੀਆ 'ਚ ਮੈਂ ਦਵਲਾਲੀ ਸੀ ਮੈਨੂੰ ਰੱਖਣਾ ਚਾਹੁੰਦੇ ਸੀ ਦਵਲਾਲੀ ਜਦੋਂ ਮੈਨੂੰ ਫਿਰ ਉਹਨਾਂ ਨੇ ਦੂਜੇ ਨੰਬਰ ਜਾਂ ਤੀਜੇ ਨੰਬਰ ਤੇ ਉਹਨਾਂ ਦੇਖਿਆ ਕਿ ਵੀ ਕੱਲ੍ਹ ਅਪਰੂਵ ਹੋ ਗਿਆ ਪ੍ਰਮੋਸ਼ਨ ਵਾਸਤੇ ਲੈਫਟੀਨੈਂਟ ਕਰਨਲ ਬਣਨਾ ਬੋਰਡ ਹੁੰਦੇ ਸੀ ਤੇ ਉਹਨਾਂ ਨੇ ਫਿਰ ਮੈਨੂੰ ਟੈਪ ਕੀਤਾ ਮੈਨੂੰ ਕਹਿਣ ਲੱਗੇ ਪੋਸਟਿੰਗ ਮੈਂ ਕਿਹਾ ਬਾਈ ਤੇ ਆਰਮੀ ਕਮਾਂਡਰ ਕਹਿਣ ਲੱਗਾ ਉੱਥੇ ਦਵਲਾਲੀ ਮੈਨੂੰ ਕਹਿਣ ਲੱਗੇ ਕਮਟਾਊਂਟ ਕਿ ਤੁਸੀਂ ਲਿਖ ਕੇ ਦੇ ਦਿਓ ਕਿ ਤੁਸੀਂ ਰਾਕਟ ਇੰਜੀਨੀਅਰ ਮੈਂ ਕਿਹਾ ਇਹ ਕੰਮ ਨਹੀਂ ਕਰਨਾ ਮੇਰੀ ਪੋਸਟਿੰਗ ਆ ਰਹੀ ਹੈ ਮੇਰੀ ਉਸ ਯੂਨਿਟ ਜਿੱਥੇ ਮੈਂ ਲੜਾਈ ਲੜੀ ਉਹਨਾਂ ਨਾਲ ਕੋਈ ਬਾਤ ਨਹੀਂ ਮੇਰੀ ਫੈਮਿਲੀ ਕਿੱਥੇ ਵੀ ਜਾਏ ਮੈਂ ਉਹਨਾਂ ਨਾਲ ਜਾਵਾਂਗਾ ਮੈਂ ਗਿਆ ਤੇ 83 ਦੇ ਵਿੱਚ ਯੂਨਿਟ ਨੂੰ ਪੁੱਛ ਲੈ ਗਿਆ ਤੇ ਉੱਥੇ ਜਾ ਕੇ ਜਿਹੜੀ 8 ਸਿੱਖ ਬਟਾਲੀਅਨ ਜਿਹਦੇ ਨਾਲ ਅਸੀਂ ਜੰਗ ਵੀ ਲੜੀ ਸੀ ਕਤਰ ਦੀ ਕਤਰ ਜੰਗ ਐਜ਼ ਏ ਤੋਪਖਾਨੇ ਦੀ ਸਪੋਰਟ ਨਾਲ ਤੇ ਮੈਂ ਗਨ ਪੋਜੀਸ਼ਨ ਸੀ ਉਹ ਉੱਥੇ ਸੀਗੀ ਸਾਡੇ ਲਾਗੇ ਗੁਲਪੁਰ ਏਰੀਆ ਜਿਹੜਾ ਕਿ ਅੱਗੇ ਦਰਿਆ ਦੇ ਹੋ ਗਏ ਜਿੱਥੇ ਕਿ ਪੈਣੀ ਪਾਕਟ 'ਚ ਉੱਥੇ ਕੰਪਨੀਆਂ ਪੂਟੂੰ ਦੇ ਤੌਰ 'ਤੇ ਤਾਇਨਾਤ ਸੀ ਕੀ ਹੋ ਗਿਆ ਜਦੋਂ ਇਹ ਵਾਰਦਾਤ ਹੋਈ ਜਦੋਂ ਕਿ ਅਟੈਕ ਹੋਇਆ ਜੀ ਵਾਰਦਾਤ ਕੀ ਹਮਲਾ ਹੋਇਆ ਤੇ ਉਸ ਵੇਲੇ ਸਨਾਟਾ ਛਾ ਗਿਆ ਇਹ ਮੈਂ ਕਹਿਣ ਡਿਆ 84 ਦੇ 5-6 ਤਰੀਕ ਤੇ 1 ਤਰੀਕ ਤੋਂ ਸ਼ੁਰੂ ਹੋ ਗਿਆ ਸੀ ਬਿਲਕੁਲ ਹਾਂ 1 ਤਰੀਕ ਤੋਂ ਗੋਲਾਬਾਰੀ ਸ਼ੁਰੂ ਹੋ ਗਿਆ ਸੀ ਗੋਲਾਬਾਰੀ ਪਰ ਇਹ ਸ਼ੁਰੂ ਹੋ ਗਿਆ ਤੇ ਮੈਂ ਆਪਣੀ ਯੂਨਿਟ ਨੂੰ ਕਿਉਂਕਿ ਮੈਨੂੰ ਇੱਕ ਜਵਾਨ ਬਾਰੇ ਪਤਾ ਸੀ ਮੇਰੇ ਇੱਕ ਜਵਾਨ ਦੀ ਕੀ ਧੜਕਣ ਹੈ ਕੀ ਦੇਖੋ ਹਰ ਇੱਕ ਦੇ ਬੰਦ ਦੇ ਸਿੱਖ ਹਰ ਇੱਕ ਸਿੱਖ ਨੂੰ ਇਸ ਫੌਜੀ ਹਮਲੇ ਨੇ ਪ੍ਰਭਾਵਿਤ ਕੀਤਾ ਉਹਨਾਂ ਨੂੰ ਜੋ ਲਿਆ ਉਹਦਾ ਦੇਖੋ ਦਰਦ ਸਹਿਣ ਕਿਸੇ ਨੂੰ ਨਹੀਂ ਸੀ ਹੁੰਦਾ ਪਰ ਮੈਂ ਕਹਿਣਾ ਚਾਹੁੰਦਾ ਕਿ ਮੈਂ ਉਸ ਵੇਲੇ ਸਿਚੁਏਸ਼ਨ ਆਪਣੀ ਸਿੱਖ ਪਲਟਨ ਆਪਣੀ ਉਹਦੀ ਤੇ ਸੰਭਾਲ ਲਈ ਕੋਈ ਹਿੱਲਣ ਨਹੀਂ ਦਿੱਤਾ ਨਾ ਕੋਈ ਹਿੱਲ ਸਕਦਾ ਸੀ ਮੇਰੇ ਬਗੈਰ ਹੁਕਮ ਤੋਂ ਜਥੇਦਾਰ ਮਗਰ ਕੀ ਹੋਇਆ ਕਿ ਲਾਗੇ ਦੀ ਇੱਕ ਪਲਟਨ 8 ਸਿੱਖ ਜਿਹਦੇ ਨਾਲ ਕਿ ਪਹਿਲਾਂ 10 71 ਦੀ ਲੜਾਈ ਲੜ ਚੁੱਕੀ ਸੀ ਉਸਨੇ ਕੀ ਉਹਦੇ ਵਿੱਚ ਇੱਕ ਹਲਚਲ ਮਚ ਗਈ ਉਹ ਵੀ ਸਿੱਖ ਪਲਟਨ ਸੀ ਉਹ ਤੇ ਪਿਓਰ ਸਿੱਖ ਸੀ 8 ਸਿੱਖ ਮੇਰੀ ਤੇ 2 ਬਾਟੀਆਂ ਸਿੱਖ ਸਨ ਉਹ ਪਿਓਰ ਸਿੱਖ ਪਰ ਮੇਰੇ OP ਅਫਸਰ ਨਾਲ ਸਨ ਆਬਜ਼ਰਵੇਸ਼ਨ ਪੋਸਟ ਹੁੰਦੀ ਜਿਹਦੇ ਨਾਲ ਕਿ ਤੋਪਖਾਨੇ ਦਾ ਫਾਇਰ ਕੰਟਰੋਲ ਕਰਦੇ ਨੇ ਤੇ ਸਾਡੀਆਂ ਉਸ ਸਮੇਂ ਨੋ ਵਾਰ ਨੋ ਪੀਸ ਪੋਸਚਰ ਕਹਿੰਦੇ ਨੇ ਜਿਹਦੇ ਵਿੱਚ ਸਾਡੀਆਂ 2 ਗੰਨਾਂ 3 ਬੈਟਰੀਆਂ ਦੀਆਂ ਅਲੱਗ-ਅਲੱਗ ਜਗ੍ਹਾ ਤੇ ਲੱਗੀਆਂ ਹੋਈਆਂ ਸਨ ਤਾਂ ਕਿ ਲੋਡ ਪੈਣ ਤੇ ਤੁਰੰਤ ਦੁਸ਼ਮਣ ਕੌਣ ਸੀ ਸਾਹਮਣੇ ਪਾਕਿਸਤਾਨ ਸੀ ਤਾਂ ਕਿ ਉਹ ਗੋਲੇ ਪੈ ਗਏ ਉਹ ਹਮੇਸ਼ਾ ਲੱਗੇ ਰਹਿੰਦੇ ਹਨ ਤੇ ਮੈਨੂੰ ਕਹਿਣ ਲੱਗੇ ਮੈਂ ਦੇਖਿਆ ਉੱਥੇ ਮੈਂ ਉਹਨਾਂ ਦਿਨਾਂ 'ਚ ਉੱਥੇ ਮੈਂ ਉਹਨਾਂ ਨੂੰ ਮਿਲਣਾ ਸ਼ੁਰੂ ਕਰਤਾ ਤੇ ਮੈਨੂੰ ਕਹਿੰਦਾ ਮੈਂ ਆਪਣੀ ਪਲਟਨ ਪਹਿਲਾਂ ਗੱਲ ਕਰਦੇ ਮੈਨੂੰ ਕਹਿੰਦਾ ਇੱਕ ਹੌਲਦਾਰ ਜਦ ਮੈਂ ਉੱਥੇ ਗਿਆ ਤੇ ਮੈਨੂੰ ਕਹਿੰਦਾ ਉਹ CO ਸਾਹਿਬ ਮੈਂ ਕਿਹਾ ਪੰਜਾਬੀ ਬੋਲਣ ਪਹਿਲੋਂ ਜਵਾਨ ਰਹੇ ਪਰ ਮੈਨੂੰ ਕਹਿੰਦਾ ਤੁਸੀਂ ਖਬਰ ਸੁਣੀ ਹੈ ਰੇਡੀਓ ਤੇ ਰੇਡੀਓ ਦੇ ਕੋਲ ਸੀਗਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਖੁਸ਼ਵੰਤ ਸਿੰਘ ਨੇ ਆਪਣੇ ਮੈਡਲ ਵਾਪਸ ਕਰਤੇ ਨੇ ਆਪਣੇ ਪੁਰਸਕਾਰ ਵਾਪਸ ਕਰਤੇ ਨੇ ਨਾਲੇ ਉਹ ਮੇਰੇ ਬਹਾਦਰੀ ਪੁਰਸਕਾਰ ਮੇਰੇ ਸੀਨੇ ਤੇ ਲੱਗੇ ਦੇਖ ਰਿਹਾ ਸੀ ਕੀ ਉਹਦਾ ਫਿਰ ਉਹ ਮੈਂ ਸਮਝ ਗਿਆ ਕੀ ਕਹਿਣਾ ਚਾਹੁੰਦਾ ਹੈ ਮੈਂ ਉਹਨੂੰ ਸਮਝਾਇਆ ਪੁੱਤਰ ਇਹ ਨਹੀਂ ਗੱਲ ਬਣਨੀ ਜੋ ਤੁਸੀਂ ਸੋਚਦੇ ਹੋ ਕਿਉਂਕਿ ਸਾਰਿਆਂ ਤੇ ਬੜਾ ਇਹ ਵੀ ਮੈਨੂੰ ਪਤਾ ਚੱਲਿਆ ਬਾਅਦ 'ਚ ਕਿਤੇ ਹੋਰ ਜਗ੍ਹਾ ਕਿ ਮੈਂ ਉਸ ਵੇਲੇ ਸੁਣਿਆ ਨਹੀਂ ਪਰ ਬਾਅਦ 'ਚ ਪਤਾ ਚੱਲਿਆ ਉਹ ਮਾਕਤੂਲੀ ਵੱਲੋਂ ਵੀ ਇਹ ਗੱਲ ਹੋਈ ਕਿ BBC ਤੇ ਇਹ ਵੀ ਗੱਲ ਆਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਅਦ ਉਹਨਾਂ ਦਿਨਾਂ 'ਚ ਗੱਲ ਹੈ ਕਿ ਇਹ ਅਪੀਲ ਕੀਤੀ ਹੈ ਕਿ ਸਿੱਖ ਫੌਜੀ ਬਹਿਰਕਾ ਛੱਡ ਕੇ ਤੇ ਇੱਧਰ ਨੂੰ ਆ ਜਾਓ ਕਿਹਨਾਂ ਨੇ ਦੇਖੋ ਮੈਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਮਾਕਤੂਲੀ ਔਰ ਹੋਰ ਇੱਕ ਜਿਹੜੇ ਸੀਗੇ BBC ਦੇ ਆਪਰੇਟਰ ਇਹ ਵੀ ਮੈਨੂੰ ਉੱਥੇ ਦੇਖਿਆ ਮੈਂ ਆਪ ਨਹੀਂ ਸੁਣੀ ਇਹਦਾ ਤੇ ਪਤਾ ਖੁਸ਼ਵੰਤ ਸਿੰਘ ਦਾ ਪਰ ਉਹ ਬਾਰੇ ਆਪ ਨਹੀਂ ਸੁਣੀ ਖੈਰ ਕਹਿੰਦੇ ਨੇ ਧਰਮੀ ਫੌਜੀ ਤੇ ਅੱਜ ਤੱਕ ਕਹਿੰਦੇ ਨੇ ਅੱਛਾ ਚਲੋ ਹੁਣ ਕੀ ਹੋਇਆ ਕਿ ਉੱਥੇ ਜਦੋਂ ਇਹ ਕੰਮ ਮੇਰੇ ਇੱਕ JCO ਇੱਕ ਕਾਪੀ ਪਾਰਟੀ ਹੁੰਦੀ ਹੈ ਜੇ 3 ਆਪਰੇਟਰ ਤੇ ਨਾਲ TA ਹੁੰਦੇ ਨੇ ਤੇ ਉਹਨਾਂ ਨੇ ਉੱਥੇ ਪਲਾਨ ਬਣਾ ਲਈ ਕਿ ਅਸੀਂ 4 ਅਫਸਰਾਂ ਨੂੰ 4 ਟੀਮਾਂ ਬਣਾ ਲਈਆਂ ਇਹਨਾਂ ਨੂੰ ਮਾਰਨਾ ਤੇ ਫਿਰ ਅਸੀਂ ਪਲਟਨ ਦੇ ਤੌਰ ਤੇ ਅਸੀਂ ਜਾਂ ਤੇ ਪਾਕਿਸਤਾਨ ਵੱਲ ਜਾਵਾਂਗੇ ਤੇ ਜਾਂ ਇਧਰੋਂ ਦੀ BG ਵਗੈਰਾ ਤੇ ਉੱਥੋਂ ਦੀ ਹੁੰਦਿਆਂ ਰਸਤਾ ਉੱਥੋਂ ਹੀ ਵਾਪਸ ਇੱਥੋਂ ਰਜੌੜੀ ਤੋਂ ਹੁੰਦੇ ਕਿਸੇ ਪਹਾੜਾਂ 'ਚ ਹੁੰਦੇ ਹੋਏ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਇਹ ਪਲਾਨ ਬਣਾ ਲਈ
ਇਹਨਾਂ ਦੇ ਅਫਸਰਾਂ ਨੂੰ ਪਤਾ ਨਹੀਂ ਲੱਗਿਆ। ਪਤਾ ਕਿਉਂ ਨਹੀਂ ਲੱਗਿਆ? 5 ਤਰੀਕ ਦੀ ਗੱਲ ਹੈ ਸ਼ਾਇਦ। ਉਹ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਉਹ ਪਲਟਨ ਜਿਹੜੀ ਬਾਗੀ ਹੋ ਚੁੱਕੀ ਸੀ 8 ਸਿੱਖ ਵਾਲੀ, ਉਹਨਾਂ ਦਾ ਮੇਨ ਮੁਖੀ ਕੌਣ ਸੀ? ਉਹ ਸੀਓ ਸੀਗਾ ਕਰਨਲ ਦਈਆ। ਤੇ ਕਰਨਲ ਦਈਆ ਪਹਿਲੋਂ ਵੀ ਕਮਾਂਡ 'ਚ ਰਿਹਾ, ਉਹਦੀ ਪ੍ਰੋਬਲਮ ਹੋ ਗਈ ਸੀਗੀ ਕਰਨਲ ਦਈਆ। ਤੇ ਮਗਰ ਤੂੰ ਸੀ ਮੇਜਰ ਮਲਹੋਤਰਾ। ਮੇਜਰ ਮਲਹੋਤਰਾ ਨਾਂ ਲੈ ਕੇ ਦੱਸ ਰਿਹਾ ਰਿਕਾਰਡ 'ਚ, ਇਹ ਕੋਟਨ ਘਰ 'ਚ ਆਇਆ। ਉਹਨੇ ਕੀ ਕੀਤਾ, ਜਦੋਂ ਕਹਿੰਦਾ ਜਦੋਂ ਹਮਲਾ ਹੋਇਆ 5 ਤਰੀਕ ਨੂੰ, ਜਦੋਂ ਦੇਖਿਆ, ਮੈਂ ਨਾਂ ਲੈ ਕੇ ਦੱਸ ਰਿਹਾ ਸੰਤ ਜਰਨੈਲ ਸਿੰਘ ਭਿੰਡਰਾਂ ਬਾਰੇ, ਉਹਨੇ ਖਬਰ ਸੁਣੀ ਜਾਂ ਕਿੱਦਾਂ, ਤੇ ਕਹਿੰਦਾ ਜਸ਼ਨ ਮਨਾਓ। ਆਪਣੇ ਕੰਪਨੀ ਕਮਾਂਡਰ ਨੂੰ ਕਹਿੰਦਾ। ਕੌਣ ਕਹਿੰਦਾ? ਮੇਜਰ ਮਲਹੋਤਰਾ 2IC ਸੀਗਾ, ਪਲਟਨ ਦਾ 2IC ਬੇਸ 'ਚ ਸੀਗੇ ਨਾ। ਤੇ ਕੰਪਨੀਆਂ ਕੋਈ ਸੇਲਾ ਕਦੇ ਉਹ ਸੌਰੀ ਸਰਲਾ ਬਾਜ ਇਧਰ ਉਧਰ ਕੰਪਨੀਆਂ ਅਲੱਗ-ਅਲੱਗ ਪੋਸਟਾਂ ਦੇ ਸਨ। ਤੇ ਕੰਪਨੀ ਕਮਾਂਡਰ ਨੂੰ ਕਹਿੰਦਾ ਕਿ ਜਸ਼ਨ ਮਨਾਓ। ਇਹ ਰਿਕਾਰਡ 'ਚ ਕਿਉਂਕਿ ਲੈਂਡਲਾਈਨ ਤੇ ਉੱਤੇ ਮੈਸੇਜ ਜਾਂਦੇ ਸੀਗੇ, ਕੋਈ ਹੋਰ ਇਹੋ ਜਿਹਾ ਮੋਬਾਈਲ ਸਿਸਟਮ ਤੇ ਹੈ ਨਹੀਂ ਸੀ। ਤੇ ਉਹ ਇੱਕ ਅਫਸਰ ਕੰਪਨੀ ਕਮਾਂਡਰ, ਉਹਨੇ ਆਪਣੇ CHO ਨੂੰ ਪੁੱਛਿਆ, ਉਹਨਾਂ ਦਿਨਾਂ 'ਚ ਉੱਥੇ ਹੀ ਥੱਲੇ ਆ ਰਿਹਾ ਸੀ, ਕਹਿੰਦਾ ਕੀ ਹਾਲ ਹੈ? ਉਹ ਕਹਿੰਦਾ ਚੜ੍ਹਦੀ ਕਲਾ। ਜੇ ਉਹਨੇ ਜੋ ਜਵਾਬ ਦਿੱਤਾ, ਮੈਨੂੰ ਨਹੀਂ ਸਮਝ ਕਿ ਮੈਂ ਉਹਦਾ ਜਵਾਬ ਤੁਹਾਡੇ ਚੈਨਲ ਦਾ ਦਿਆਂ। ਗੰਦੀ ਗਾਲ ਦੇ ਰੂਪ ਵਿੱਚ ਉਹਨੇ ਜਵਾਬ ਦਿੱਤਾ। ਉਹ ਉਹਨਾਂ ਦੇ ਮਨਾਂ ਤੇ ਬੜੀ ਵੱਡੀ ਠੇਸ ਪਹੁੰਚੀ ਉਹਨਾਂ ਜਵਾਨਾਂ ਦੇ। ਮੈਨੂੰ ਟੈਲੀਫੋਨ ਆਇਆ ਮੇਰੇ JCO ਦਾ, ਉਹ ਸੂਬੇਦਾਰ ਬਾਅਦ 'ਚ ਕੈਪਟਨ ਮਹਿੰਦਰ ਸਿੰਘ, ਜੋ ਕਿ ਇੱਕ ਨੈਸ਼ਨਲ ਲੈਵਲ ਦਾ ਹਾਕੀ ਪਲੇਅਰ, ਉਹ ਮੇਰੇ ਇਲਾਕੇ ਦਾ, ਮੇਰੇ ਪਿੰਡ ਦੇ ਇਲਾਕੇ ਦਾ ਸੀ। ਉਹ ਜਦੋਂ ਮੈਂ ਕਮਾਂਡ ਕੀਤੀ ਮੇਰੇ ਕੋਲ ਆ ਗਿਆ, ਹਾਕੀ ਪਲੇਅਰ ਸੀ ਬਹੁਤ ਤਗੜਾ। ਉਹਦਾ ਮੇਰੇ ਨਾਲ ਰਾਬਤਾ, ਉਹਦੀ ਵਫਾਦਾਰੀ ਫੌਜ ਵਫਾਦਾਰੀ ਇੱਕ ਪਰਸਨਲ ਤੌਰ 'ਤੇ, ਜਾਤੀ ਤੌਰ 'ਤੇ, ਪਰਿਵਾਰ ਤੋਂ ਮੇਰੇ ਨਾਲ ਵੀ ਸੀਗੇ। ਉਹਨੇ ਓਪਰੇਟਰ ਸੀਗਾ, ਉਹਨੇ ਲਾਈਨ ਜਦੋਂ ਇਹਨਾਂ ਦੀ ਲਾਈਨ ਕੱਟ ਦਿੱਤੀ ਤੇ ਉੱਥੋਂ ਦੇ ਕਹਿਣ ਲੱਗੇ ਕਿ ਬਈ ਤੂੰ ਹੀ ਸਿੱਖੇ, ਤੂੰ ਸਾਡੇ ਨਾਲ, ਤੂੰ ਵੀ ਚੱਲ ਸਾਡੇ ਨਾਲ, ਅਸੀਂ ਚੱਲਣਾ। ਉਹਨੂੰ ਦੱਸਤੀ ਪਲਾਨ ਸਾਰੀ। ਉਹ ਮੇਰਾ JCO ਨੂੰ, ਅਫਸਰ ਕੋਈ ਸਿੱਖਾ ਹੀ ਨਹੀਂ, ਅਫਸਰ ਥੱਲੇ ਆ ਗਏ ਸੀ। ਉਹਨੇ ਕਿਹਾ ਮੇਰਾ CO ਵੀ ਸਿੱਖ ਹੈ ਤੇ ਮੈਂ ਉਹ ਤੋਂ ਬਗੈਰ ਨਹੀਂ, ਕਹਿੰਦੇ ਤੇਰੀ ਲਾਈਨ ਕੱਟ ਦੋ। ਲਾਈਨ ਕੱਟਤੀ ਉਹਨੇ, ਪਿੱਛੋਂ ਜਾ ਕੇ ਬੜੀ ਮੁਸ਼ਕਿਲ ਕਰਾਲ ਟੈਂਟ 'ਚ ਲਾਈਨ ਜੋੜੀ ਤੇ ਮੈਨੂੰ ਮੈਸੇਜ ਦਿੱਤਾ ਕਿ ਆਹ ਕੁਝ ਹੋ ਜਾਣਾ 48 ਘੰਟਿਆਂ 'ਚ। ਦੂਜੇ ਨੇ ਵੀ, ਮੇਰਾ ਇੱਕ ਹੋਰ ਸੀ ਉਹ ਗੁਰਦਾਸ। ਤੁਸੀਂ 5 ਜੂਨ 1984 ਦੀ ਘਟਨਾ ਦਾ ਜ਼ਿਕਰ ਕਰ ਰਹੇ ਹੋ, ਜਿਸ ਦਿਨ ਉਹ ਵਾਪਰਿਆ ਸੀ। ਹਾਂ 5 6 4 5 ਇੱਕ ਐਗਜ਼ੈਕਟ, ਉਹ ਤੇ ਕੋਟਨਗਵਾੜੀ 'ਚ ਆਇਆ। ਲਓ ਜੀ, ਉਹਨੇ ਜਦੋਂ ਆਹ ਗੱਲ ਹੋਈ, ਫਿਰ ਉਹਨਾਂ ਨੇ ਪਲਾਨ ਬਣਾ ਲਈ ਕਿ 4 ਅਫਸਰ ਜਿਹੜੇ ਕਿ ਧਰਮ ਦੇ ਖਿਲਾਫ ਬੋਲਦੇ ਨੇ, ਉਹਨਾਂ ਨੂੰ ਅਸੀਂ ਰਗੜਨਾ। ਤੇ ਉਹਨਾਂ ਪਲਾਨ ਸੀਗੇ, ਇੱਕ ਡਿਊਟੀ। 4 ਅਫਸਰ ਕਿਹੜੇ ਸੀ ਜਿਹੜੇ ਧਰਮ ਖਿਲਾਫ? ਦੱਸ ਲਗਾ ਨਾ। ਇੱਕ ਤੇ ਮੈਂ ਲੈ ਲਿਆ ਮੇਜਰ ਮਲਹੋਤਰਾ, ਠੀਕ ਹੈ। ਤੇ ਇੱਕ ਮੇਜਰ ਪਠਾਨੀਆ ਸੀ ਜਿਹੜਾ ਕਿ ਮੇਨ, ਜਿਹਨੇ ਕਿਹਾ ਕਿ ਜਦੋਂ ਪੁੱਛਿਆ ਕਿ ਕੀ ਸੀ, ਉਹ ਕਹਿੰਦਾ ਚੜ੍ਹਦੀ ਕਲਾ। ਚੜ੍ਹਦੀ ਕਲਾ ਉਹਨਾਂ ਦਾ ਨਾਰਾ, ਚੜ੍ਹਦੀ ਕਲਾ। ਤੇ ਦੇਖੋ ਉਹਨੇ ਜਵਾਬ ਦਿੱਤਾ। ਮੈਨੂੰ ਨਹੀਂ ਸਮਝ ਕੇ ਮੈਂ ਜਵਾਬ ਉਹਦਾ ਜਿਹੜਾ ਉਹਨੇ ਦਿੱਤਾ ਉਹ ਰਿਕਾਰਡਡ ਹੈਗਾ, ਪਰ ਮੈਂ ਨਹੀਂ ਦੱਸਣਾ ਚਾਹੁੰਦਾ ਇੱਥੇ, ਕਿਉਂਕਿ ਉਹਦੇ ਨਾਲ ਠੇਸ ਹਰ ਇੱਕ ਨੂੰ ਪਹੁੰਚੇਗੀ। ਹੋਰ ਵੀ ਕਈ ਕਾਫੀ ਭੱਦੀ ਟਿੱਪਣੀ ਕੀਤੀ, ਬਹੁਤ ਭੱਦੀ, ਉਹਦਾ ਜਵਾਬ ਭੱਦੀ ਟਿੱਪਣੀ ਦਿੱਤਾ। ਉਹ ਵੀ ਸੀਗਾ, ਹੋਰ ਵੀ ਸੀਗੇ। ਇਹਨਾਂ ਨੇ 4 ਜਿਹੜੇ ਧਰਮ ਦੇ ਖਿਲਾਫ ਬੋਲਦੇ ਸੀ, 4 ਟੀਮਾਂ ਬਣਾ ਲੀਆਂ। ਤੇ ਉੱਥੇ ਕੀ ਹੋਇਆ ਕਿ 2-4 ਦਿਨਾਂ ਬਾਅਦ ਜਾਂ ਕਦੋਂ ਅਗਲੇ ਦਿਨ ਕੋਈ ਖੱਡ ਰੇਸ ਹੋਣੀ ਸੀ। ਖੱਡ ਰੇਸ ਹੁੰਦੀ ਪਹਾੜਾਂ ਜਾ ਕੇ, ਤੇ ਉਹ ਸਾਰੀ ਪਲਟਨ ਫਾਲਣ ਹੋਣੀ ਸੀ ਥੱਲੇ ਬੇਸ ਤੇ। ਤੇ ਇਹਨਾਂ ਨੇ ਕਿਹਾ ਸੀ ਕਿ ਉੱਥੇ ਹਥਿਆਰਾਂ ਨਾਲ ਹੋਣੀ ਸੀ, ਕਿ ਆਪੋ ਆਪਣੀਆਂ 4 ਟੀਮਾਂ ਕਿਸੇ ਨੂੰ ਪਤਾ ਲੱਗਣ ਦਿੱਤਾ। ਇਹ ਚਾਰੇ ਜਿਹੜੀਆਂ ਨੇ ਆਪੋ ਆਪਣੇ ਟਾਰਗੇਟ ਲੈਣ ਗਿਆ। ਉਹ ਕਿਉਂਕਿ ਬਾਰਿਸ਼ ਹੋਈ ਤੇ ਕਮਿਊਨੀਕੇਸ਼ਨ ਇੱਕ ਜਗ੍ਹਾ ਤੇ ਨਹੀਂ ਹੋ ਪਾਇਆ। ਉਸ ਕੰਪਨੀ ਦੇ 2 ਜਿਹੜੇ ਲੜਕੇ ਤਿਆਰ ਕੀਤੇ ਸੀ ਜਿਹਨਾਂ ਮਾਰਨਾ, ਉਹ ਉੱਥੇ ਪਹੁੰਚ ਕੇ ਉਹਨਾਂ ਦੇਖਿਆ ਪਲਟਨ ਤੇ ਹੈ ਨਹੀਂ, ਬਾਕੀ ਚਲੇ ਗਏ, ਕਿਉਂਕਿ ਉਹਦੇ ਕੋਲ ਰੇਡੀਓ ਸੈੱਟ ਉਹ ਨਾਲ ਸੀਗਾ ਨਹੀਂ। ਉਹਨਾਂ ਨੇ ਕਿਹਾ ਸਾਨੂੰ ਤਾਂ ਟਾਰਗੇਟ 2IC ਮਿਲਿਆ, ਅਸੀਂ ਜਾਣਾ। ਉਹਦੇ ਕਮਰੇ ਜਾ ਵੜੇ ਤੇ ਦਿਨ ਚੜ੍ਹ ਰਿਹਾ ਸੀ, ਸ਼ੇਵ ਕਰ ਰਿਹਾ ਸੀ। ਉਹਨੇ ਬੰਦੂਕ ਚੱਕੀ, ਠਾ ਮਾਰਿਆ, ਉਹ ਛਾਤੀ 'ਚ ਵੱਜਿਆ ਗੋਲੀ। ਉਹਨੂੰ ਉਸ ਵੇਲੇ ਕੈਪਟਨ ਰਾਣਾ ਸੀ, ਉਹਨੇ ਫੜ ਲਿਆ, ਜੱਫੀ ਪਾ ਲਈ। ਕੈਪਟਨ ਰਾਣਾ ਤੇ ਉਹਦੇ ਨਾਲ ਦੋ ਦੀ ਟੀਮ ਸੀ ਨਾ। ਉਹ ਕਹਿਣ ਲੱਗਾ ਦੂਜੀ ਗੋਲੀ ਨਾ ਚਲਾਈ, ਇਹ ਕੈਪਟਨ ਰਾਣਾ ਸਾਡੇ ਧਰਮ ਦੇ ਖਿਲਾਫ ਨਹੀਂ ਬੋਲਦਾ, ਇਹ ਹੈ ਜਵਾਨਾਂ ਦੀ ਭਾਵਨਾ, ਤੇ ਇਹ ਵੀ ਮਾਰਿਆ ਜਾਏਗਾ ਜੇ ਤੂੰ ਮਾਰੀ। ਜੇ ਦੂਜੀ ਗੋਲੀ ਨਹੀਂ ਚਲੀ। ਜਿਹੜਾ ਬੋਲਦਾ ਸੀ ਫੌਜ ਦਾ ਅਫਸਰ ਸਿੱਖ ਧਰਮ ਦੇ ਖਿਲਾਫ, ਉਹਦੇ ਹਿੱਕ 'ਚ ਗੋਲੀ ਮਾਰੀ। ਜਿਹਨੇ ਕਿਹਾ ਜਸ਼ਨ ਮਨਾਓ, ਜਸ਼ਨ ਮਨਾਓ। ਹਾਂ, ਉਹਨੂੰ ਤੇ ਗੋਲੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਤਮ ਕਰ ਦਿੱਤੇ ਨੇ। ਉਹਨੇ ਕਿਹਾ ਵੀ ਜਸ਼ਨ ਮਨਾਓ, ਉਹਦੇ ਹਿੱਕ 'ਚ ਜਾ ਕੇ ਗੋਲੀ ਮਾਰੀ। ਉਹਦੀ ਹਿੱਕ 'ਚ ਇੱਥੇ ਇੱਕੋ ਗੋਲੀ ਵੱਜੀ। ਉਹ ਲਾਗੇ ਖਲੋਤਾ ਸੀ, ਅੱਜ ਥੋੜੀ ਚੁੱਪ ਕੇ ਲੱਗੇ ਨਾ। ਉਹ ਲਾਗੇ ਖਲੋਤਾ ਸੀ, ਕੋਈ ਮੈਸੇਜ ਲੈ ਕੇ ਆਇਆ ਸੀ। ਉਹਨੂੰ ਜੱਫੀ ਪਾ ਲਈ, ਮੇਜਰ ਮਲਹੋਤਰਾ ਨੂੰ ਜੱਫੀ ਪਾ ਲਈ। ਤੇ ਕਹਿਣ ਲੱਗਾ ਜਿਹੜਾ ਹੌਲਦਾਰ, ਕਹਿਣ ਲੱਗਾ ਹੁਣ ਦੂਜੀ ਗੋਲੀ ਨਾ ਚਲਾਈ, ਕਿ ਕੈਪਟਨ ਰਾਣਾ ਸਾਡੇ ਧਰਮ ਦੇ ਖਿਲਾਫ ਨਹੀਂ ਬੋਲਦਾ। ਦੇਖੋ ਇਹ ਕਿਹੋ ਜਿਹੀ ਭੜਕਾਹਟ ਹੋਈ। ਖੈਰ ਉਦੋਂ ਬਾਅਦ ਹਲਚਲ ਮਚ ਗਈ, ਬਾਕੀ ਤੇ ਰਹਿ ਗਏ। ਉਦੋਂ ਜਿਹੜੀ ਪਿਖੜ ਤੋਂ ਆਏ ਸਨ, ਉੱਥੇ ਮੇਰਾ ਸੂਬੇਦਾਰ ਗੁਰਦਿਆਲ ਸਿੰਘ ਬਟਾਲੇ ਦਾ ਰਹਿਣ ਵਾਲਾ ਹਾਲੇ ਵੀ ਕਾਇਮ ਹੈ, ਮੈਂ ਮਿਲਿਆ ਸੀ ਪਿੱਛੇ, ਜਿਹੜੀ ਉਹ ਵੀ OP ਅਫਸਰ ਸੀ। ਉਹ ਜਾ ਕੇ ਗੁਰਦੁਆਰੇ ਸਾਹਿਬ ਬੈਠ ਗਿਆ। ਉਹ ਵੀ ਉਹਨਾਂ ਨਾਲ
ਚੱਲਣ ਨੂੰ ਤਿਆਰ ਜੀ ਮੈਂ ਉਹਨਾਂ ਰਸਮਰ ਕੀਤਾ ਮੈਂ ਖਬਰਦਾਰ ਜੇ ਤੂੰ 3-4 ਬੰਦੇ ਸਨ ਮੇਰੇ ਤੇ ਹਰ ਜਗ੍ਹਾ ਤੇ ਤੂੰ ਕੋਈ ਸਟੈਪ ਲਿਆ ਉਹਨੇ ਮੈਨੂੰ ਉਹਨੇ ਹੀ ਦੱਸਦਾ ਹੁਣ ਕੀ ਹੋਇਆ ਕਿ ਉਹਨਾਂ ਨੇ ਜਿਹੜੇ ਬੰਦੇ ਸੀ ਨਾ ਜਿਨ੍ਹਾਂ ਨੇ ਮਾਰਿਆ ਇੱਕ ਉਹਦੀ ਇੱਕੋ ਗੋਲੀ ਚਲਾਈ ਤੇ ਵਾਪਸ ਚਲੇ ਗਏ ਉਸ ਪਿਕਟ ਤੇ ਉਸ ਪਿਕਟ ਨੇ ਆਪਣਾ ਸਾਰੇ ਹਥਿਆਰ ਇੱਧਰ ਨੂੰ ਕਰਕੇ ਲਾ ਲਏ MFG ਵਗੈਰਾ ਕਿ ਕੋਈ ਆਉਂਦੀ ਹੈ ਸਾਨੂੰ ਛਡਾਉਣ ਵਾਸਤੇ ਤੇ ਕੋਈ ਕਰਨ ਵਾਸਤੇ ਸਾਡੇ ਤੇ ਅਸੀਂ ਚਲਾਵਾਂਗੇ ਗੋਲੀਆਂ ਕਿੰਨੇ ਜਵਾਨ ਸੀ ਉਹ ਪਲਟਨ ਦੇ ਵਿੱਚੋਂ ਨਹੀਂ ਪਲਟਨ ਦੇ ਵਿੱਚ ਟੋਟਲ ਜਵਾਨ ਟੋਟਲ 400-450 ਬੰਦੇ ਸੀਗੇ ਟੋਟਲ ਜਿਹੜੇ 450 ਜਵਾਨ ਬਾਗੀ ਹੋ ਗਏ ਸੀ ਜਾਂ ਵਿੱਚ ਹੋਏ ਸੀ ਨਹੀਂ ਵਿੱਚੋਂ ਕਿੰਨੇ ਹੋ ਗਏ ਸੀ ਬਾਕੀ ਇੱਧਰ ਉਹ ਤੇ ਕੰਪਨੀ ਸੀ ਨਾ ਇੱਕ ਕੰਪਨੀ ਸਟਰੈਂਥ ਉਹਦੇ ਚ ਪਲਟੂਨ ਪਲੱਸ ਹੋਏਗਾ ਕਿੰਨੇ ਹੋਣਗੇ 100 ਬਾਗੀ ਕਿਤੇ ਭੱਜੇ ਨਹੀਂ ਸੀ ਮਗਰ ਇਹ ਖਬਰ ਦੀ ਸੂਚਨਾ ਮੈਂ ਆਪਣੇ ਕਮਾਂਡਰ ਨੂੰ ਦਿੱਤੀ ਕਿ ਇਹ 48 ਘੰਟੇ ਚ ਹੋਣ ਵਾਲਾ ਉਹਨੂੰ ਕਹਿਣ ਲੱਗਾ ਨਹੀਂ ਹੋ ਸਕਦਾ ਇਹੋ ਜਿਹੀ ਗੱਲ ਪਲਟਨ ਕਰ ਨਹੀਂ ਸਕਦੀ ਤੂੰ ਆਪਣੀ ਕਮਾਂਡ ਸੰਭਾਲ ਮੈਨੂੰ ਕਹਿੰਦਾ ਕਮਾਂਡਰ ਇੱਥੇ ਹੀ ਹੈ ਬ੍ਰਿਗੇਡ ਧਰਮਪੁਰ ਸੱਚਾਂ ਦੀ ਗਾੜੀ ਹੈ ਮੈਂ ਆਖਿਆ ਜੀ ਮੇਰੀ ਪਲਟਨ ਕੰਮ ਐਨੀਵੇ ਮੈਂ ਆਪਣੇ ਫਿਰ CRT ਜਿਹੜਾ ਕਿ ਮੇਰਾ ਇੱਥੇ ਸੀਗਾ ਰਜੌਰੀ ਜੀ ਉਹ ਮੇਰਾ ਤੋਪਖਾਨਾ ਦਾ ਸੀ ਮੈਂ ਉਹਨੂੰ ਕਿਹਾ ਉਹਨੂੰ ਦੱਸਿਆ ਉਹ ਕਹਿੰਦਾ ਅੱਛਾ ਮੈਂ ਉਹਨੂੰ ਕਿਹਾ GOC ਨੂੰ ਦੱਸ ਦੇ ਉਹ 24 ਘੰਟੇ ਇਹਨੇ ਚੋਂ ਬੀਤ ਗਏ ਉਹ ਮੈਂ ਕਿਹਾ ਮੇਰੇ ਨੂੰ ਦੱਸ ਦਿਓ GOC ਨੂੰ ਦੱਸਦਾ ਗਿਆ ਕਿ ਕੱਲ੍ਹ ਇਹ ਕਹਿੰਦਾ ਕਿ ਇੱਦਾਂ ਹੋ ਜਾਣਾ ਉਹ ਇੱਦਾਂ ਹੀ ਹੋਇਆ ਜਿਹੜੀ ਮੈਂ ਗੱਲ ਦੱਸੀ ਫਿਰ ਮੇਰੇ ਪਿੱਛੇ GOC ਵੀ ਦੂਸਰਾ ਵੀ ਕਿ ਬਾਈ ਦੱਸ ਅੱਗੋਂ ਕੀ ਹੋਇਆ ਕਿੱਦਾਂ ਹੋਇਆ ਫਿਰ ਹੁਣ ਸਮੱਸਿਆ ਆ ਗਈ ਕਿ ਇਹਨੂੰ ਜਿਹੜੇ ਬੰਦੇ ਫੜਿਆ ਕਿੱਦਾਂ ਜਾਏ ਕਿਉਂਕਿ ਮਾਰ ਕੇ ਉਧਰ ਚਲੇ ਗਏ ਆਪਣੀ ਪੋਸਟ 100-150 ਬੰਦਾ ਹੋ ਗਿਆ ਜੈਸੇ ਕੰਪਨੀ ਦੇ ਵਿੱਚ ਹੈੱਡਕੁਆਟਰ ਤੇ ਫਿਰ ਉਹ ਕਰਨਲ ਦਈਆ ਨੇ ਮੈਨੂੰ ਟੈਲੀਫੋਨ ਕੀਤਾ ਬ੍ਰਿਗੇਡ ਕਮਾਂਡਰ ਦੀ ਤੇ ਤੂੰ ਵੀ ਆ ਮੈਂ ਕਿਹਾ ਚਲੋ ਮੈਂ ਬੇਸ ਤੇ ਚਲਾ ਗਿਆ ਬੇਸ ਤੇ ਜਿੱਥੋਂ ਕਿ ਉਹਨਾਂ ਦਾ ਬਟਾਲੀਅਨ ਹੈੱਡਕੁਆਟਰ ਸੀ ਗੁਲਪੁਰ ਜਿਹਨੂੰ ਕਹਿੰਦੇ ਗੁਲਪੁਰ ਜਗ੍ਹਾ ਸੀ ਬ੍ਰਿਗੇਡ ਕਮਾਂਡਰ ਵੀ ਉੱਥੇ ਇਨਫੈਂਟਰੀ ਬ੍ਰਿਗੇਡ ਕਮਾਂਡਰ ਮੇਰਾ ਬ੍ਰਿਗੇਡ ਕਮਾਂਡਰ ਮੈਂ ਕਿਹਾ ਦੱਸੋ ਹੁਣ ਕੀ ਕਰੀਏ ਤੂੰ ਸਾਡੇ ਨਾਲ ਚੱਲ ਮੈਂ ਕਿਹਾ ਕਮਾਂਡਿੰਗ ਅਫਸਰ ਤੂੰ ਹੈ ਪਲਟਨ ਮੇਰੀ ਕਾਇਮ ਹੈ ਮੇਰੇ ਸਿਰਫ 4 ਬੰਦੇ ਨੇ ਉਹ ਨਹੀਂ ਹਿੱਲਣਗੇ ਪਲਟਨ ਬਾਕੀ ਭਾਵੇਂ ਕੁਝ ਕਰਦੇ ਮੇਰੇ 4 ਬੰਦੇ ਆਖਰੀ ਸਮੇਂ ਤੱਕ ਆਖਦਮ ਤਾਂ ਉਧਰ ਰਹਿਣਗੇ ਡਿਊਟੀ ਕਰਨਗੇ ਜੀ ਡਿਊਟੀ ਉਹ ਕੋਈ ਹਮਲਾ ਨਹੀਂ ਕਰਨ ਜਾ ਰਹੇ ਕਿਸੇ ਤੇ ਪਰ ਭੱਜਣਗੇ ਨਹੀਂ ਮੈਨੂੰ ਕਹਿਣ ਲੱਗੇ ਤੂੰ ਨਾਲ ਜਾ ਮੈਂ ਕਿਹਾ ਕਮਾਂਡਰ ਜੇ ਜਾਏਗਾ ਮੇਰਾ ਐਜ਼ ਏ ਲੈਫਟੀਨੈਂਟ ਕਰਨਲ ਐਜ਼ ਏ CO ਲੈਫਟੀਨੈਂਟ ਕਰਨਲ ਕਾਨ ਉਹਦਾ ਫਰਜ਼ ਹੁੰਦਾ ਐਜ਼ ਏ ਇਨਡਾਇਰੈਕਟ ਸਪੋਰਟ ਆਫ ਦੀ ਬ੍ਰਿਗੇਡ ਕਮਾਂਡਰ ਤੇ ਬ੍ਰਿਗੇਡ ਕਮਾਂਡਰ ਦੇ ਨਾਲ ਜਾਵਾਂਗਾ ਮੈਂ ਆਪਰੇਸ਼ਨਲ ਏਰੀਆ ਤੇ ਮੈਨੂੰ ਤਾਂ ਪਤਾ ਹੀ ਸੀਗਾ ਲੜਨਾ ਵੀ ਹੈ ਤੇ ਮਰਨਾ ਵੀ ਹੈ ਉਹਦੇ ਨਾਲ ਹੀ ਉਹ ਤੇ ਆਪਣੀ ਸਪੋਰਟ ਦਿੰਦੇ ਆ ਮੈਨੂੰ ਕਹਿਣ ਲੱਗਾ ਮੈਂ ਕਿਹਾ ਨਹੀਂ ਤੈਨੂੰ ਤਜਵੀਜ਼ ਦੱਸਦਾ ਮੈਂ ਤੇ ਤੇਰੇ ਨਾਲ ਤਾਂ ਜਾਵਾਂਗਾ ਮੇਰੇ 3 ਬੰਦੇ ਨਹੀਂ ਹਿਲਦੇ ਤੇ ਜੇ ਬ੍ਰਿਗੇਡ ਕਮਾਂਡਰ ਜਾਂਦਾ ਜੇ ਤੁਹਾਡੀ ਆਊਟ ਆਫ ਕੰਟਰੋਲ ਹੋ ਜਾਂਦੀ ਇਸੇ ਤੇ ਫਿਰ ਮੈਨੂੰ ਕਮਾਂਡ ਦੇ ਦਿਓ ਜੀ ਮੈਂ ਕਰਕੇ ਦੱਸਣਾ ਤੁਹਾਡੀ ਪਲਟਨ ਕਮਾਂਡ ਕਿਉਂਕਿ ਮੈਂ 8 ਸਿੱਖ ਨਾਲ ਲੜਾਈ ਲੜ ਚੁੱਕਿਆ ਉਦੋਂ ਵੀ ਕੁਝ ਇਹੋ ਜਿਹੀ ਘਟਨਾ ਵਾਪਰੀ ਸੀ ਜਿੱਥੇ ਕੈਸੀ ਸੀਗੀ ਜਿਹੜੇ ਦਈਆ ਅਫਸਰ ਸੀ ਉਹਨਾਂ ਦੀ ਪਲਟਨ ਦੇ ਮੇਨ ਮੁਖੀ ਸੀ ਉਹ ਹੱਥ ਖੜੇ ਕਰ ਗਏ ਸੀ ਮੇਰੇ ਤੋਂ ਕੰਟਰੋਲ ਨਹੀਂ ਹੋ ਰਿਹਾ ਨਹੀਂ ਹੱਥ ਖੜੇ ਤੇ ਇਸ ਤੋਂ ਵੱਧ ਡਰ ਗਏ ਕਿ ਹੁਣ ਮਾਰੇ ਨਾ ਜਾਈਏ ਪਤਾ ਨਹੀਂ ਕੀ ਹੋਏਗਾ ਨੈਚੁਰਲੀ ਇਹ ਤੇ ਬਹੁਤ ਵੱਡਾ ਕਾਰਨਾਮਾ ਹੋ ਜਾਣਾ ਸੀ ਇੱਕ ਪਲਟਨ ਜਿਹੜੀ ਕਿ ਪਹਾੜੀ ਤੇ ਸਥਿਤ ਹੈ ਉਹਨਾਂ ਦੇ ਸਾਹਮਣੇ ਪਾਕਿਸਤਾਨ ਦੇਖ ਰਿਹਾ ਸੀ ਕੀ ਹੋ ਰਿਹਾ ਠੀਕ ਹੈ ਸਰਲਾ ਪਿਕਟ ਦਾ ਨਾਂ ਸੀ ਸਰਲਾ ਤੇ ਉਹਦੇ ਇੱਕ ਸਰਲਾ ਕੇ ਬਾਅਦ ਜਿੱਦਾਂ ਪਿਕਟਾ ਹਲਕ ਨਾਲ ਤੇ ਉੱਥੇ ਪਾਕਿਸਤਾਨ ਦੇਖ ਰਿਹਾ ਸੀਗਾ ਤੇ ਇਹਨਾਂ ਨੂੰ ਕਹਿੰਦੇ ਸੀ ਕਿ ਆ ਜਾਓ ਸਾਡੇ ਪਾਸੇ ਆ ਜਾਓ ਇਹਨਾਂ ਹੀ ਮਨ ਬਣਾਇਆ ਸੀ ਉੱਧਰ ਚੱਲ ਜਾਵਾਂਗੇ ਬਾਹਰ ਮੂਰ ਕੇ ਹੁਣ ਇਹ ਤੋਂ ਵੱਧ ਸੀ ਉਹਦੀ ਕੀ ਹੋ ਸਕਦੀ ਹਾਲ ਤੇ ਮੈਨੂੰ ਕਹਿੰਦਾ ਭਈਆ ਮੇਰੇ ਨਾਲ ਚੱਲੋ ਮੈਂ ਕਹਿੰਦਾ ਤੈਨੂੰ ਤਾਂ 30 ਦੱਸਦਾ ਜਦ ਤੁਹਾਡੇ ਲਵੇ ਆਇਆ ਸੀ ਫਿਰ ਉਹਦੇ ਤੁਸੀਂ ਫੇਸ ਦੇਖਿਆ ਹੋਣਾ ਡਰਿਆ ਪਿਆ ਹੋਣਾ ਬਹੁਤ ਕਿਉਂਕਿ ਸਿਰਫ ਇੱਕ ਇਕੱਲੇ ਦੀ ਨਹੀਂ ਸੀ ਗੱਲ ਇਹਦੇ ਵਿੱਚ ਪੂਰੀ ਪਲਟਨ ਦਾ ਨਾਮ ਬਦਨਾਮ ਪੂਰੀ ਸਿੱਖ ਰੈਜੀਮੈਂਟ ਦਾ ਔਰ ਲੀਡਰਸ਼ਿਪ ਫੇਲਿਓ ਐਨੀ ਮੈਂ ਅੱਗੇ ਚੱਲਾਂ ਤੁਹਾਨੂੰ ਦੱਸਾਂ ਕਿ ਨਾਲ ਫਿਰ ਕੀ ਹੋਇਆ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਤਜਵੀਜ਼ ਦੱਸਦਾ ਕਹਿੰਦਾ ਉਹ ਕਿੱਦਾਂ ਮੈਂ ਕਿਹਾ ਆਪਣੇ ਰਿਲੀਜੀਅਸ ਟੀਚਰ ਨੂੰ ਗ੍ਰੰਥੀ ਜੀ ਨੂੰ ਬੁਲਾਇਆ ਮੈਂ ਕਿਹਾ ਛਾਣੇ ਤੇ ਉਹ ਢੋਲਕੀ ਤੇ ਸਾਰੇ ਬੁਲਾਓ ਤੇ ਮੈਂ ਉਹਨੂੰ ਦੱਸਾਂਗਾ ਸ਼ਬਦ ਕਿਹੜਾ ਪੜ੍ਹਨਾ ਤੇ ਅੱਗੇ ਲਾਓ ਉਹਨਾਂ ਨੂੰ ਅੱਗੇ ਲਾਓ ਉਹਨਾਂ ਨੂੰ ਜਿਹੜੇ ਤੁਸੀਂ ਸਮਝਦੇ ਹੋ ਕਿ ਜਿਹੜੇ ਕਿ ਮੈਂ ਤੁਹਾਡੀ ਗੱਲ ਰੋਕ ਰਿਹਾ ਜਿਹੜੇ ਫੌਜੀਆਂ ਨੇ ਬਗਾਵਤ ਕਰ ਦਿੱਤੀ ਸੀ ਉਹਨਾਂ ਨੇ ਫਿਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀ ਕਿਸੇ ਨਾਲ ਉਹ ਤੇ ਚਲੇ ਗਏ ਤੁਹਾਨੂੰ ਦੱਸ ਦਿਹਾੜੀਆਂ ਨਾਲ ਫਿਰ ਮੈਨੂੰ ਤੇ ਲੰਬੀ ਕਰ ਦੇਣਾ ਮੈਨੂੰ ਕੋਈ ਗੱਲ ਨਹੀਂ ਤੁਹਾਡੀ ਉਹ ਤੇ ਗੱਲਬਾਤ ਕਿੱਥੇ ਕਰਨ ਉਹ ਸਾਰੀ ਪਲਟਨ ਬਾਕੀ ਉਹਦੇ ਨਾਲ ਪਲਟਨ ਦੇ ਇਲਾਵਾ ਉਹ ਜਿਹੜੀ ਕੰਪਨੀ ਸੀ ਉਹਦੇ ਨਾਲ ਸੀਗੀ ਜਦੋਂ ਉਹਨਾਂ ਨੇ ਹਥਿਆਰ ਹੀ ਇੱਧਰ ਨੂੰ ਕਰ ਲਏ ਕਿ CO ਆਏ ਜਾਂ ਬ੍ਰਿਗੇਡ ਕਮਾਂਡਰ ਜਾਂ ਕੱਲ੍ਹ ਨੂੰ ਆਏ ਜਾਂ ਕੁਲਦੀਪ ਆਏ ਉਹਨੂੰ ਰਗੜ ਦੇਣਾ ਉਹ ਤੇ ਇੱਧਰ ਕਰ ਲਏ ਸੀਗੇ ਕੋਈ ਸਾਡਾ ਪਲਟਨ ਵੀ ਲੱਗੇ ਕੈਸੀ ਉਹ ਬਹੁਤ ਜਗ੍ਹਾ ਅੱਛਾ ਫਿਰ ਇਹਨਾਂ ਨੇ ਕੀਤਾ ਕਿ ਮੈਨੂੰ ਕਹਿਣ ਲੱਗੇ ਮੈਂ ਕਿਹਾ ਫਿਰ ਆਹ ਸ਼ਬਦ ਪੜੋ ਤੇ ਮੈਂ ਕਿਹਾ ਪਿੱਛੇ ਤੂੰ ਕਿਹੜਾ ਸ਼ਬਦ ਪੜਿਆ ਗਿਆ ਸੀ ਸ਼ਬਦ ਇੱਕ ਤਾਂ ਦੇਸ਼ ਸਭਾ ਪਰਬ ਹੋਏ ਉਹ ਤੇ ਹੈ ਹੀ ਹੈ ਸ਼ੁਭ ਕਰਮ ਤੇ ਮੈਂ ਕਿਹਾ ਇਹ ਵੀ ਕਰਮ ਇਹ ਹਟ ਜਾਓ ਤੇ ਉਹ ਤੇ ਮੈਂ ਕਿਹਾ ਹੈ ਉਹ ਮੈਂ ਤਾਂ ਦੱਸਿਆ ਉਹਨਾਂ ਨੂੰ ਕਿ ਉਹ ਦੱਸੇ ਕਿ ਇਹਦੇ ਵਿੱਚ ਬਿਆਨ ਕਰੇ ਤੁਹਾਡਾ ਉਥੋਂ ਐਡਰੈਸ ਕਰੇ ਕੀ ਦਿੱਤਾ ਸੀ ਮੈਗਾਫੋਨ ਸਾਡੇ ਕੋਲ ਹੁੰਦਾ ਤੋਪਖਾਨੇ 'ਚ ਕੁਲਦੀਪ ਜੀ ਸਾਡੇ ਕੋਲ ਇੱਕ ਉਹ ਮੈਗਾਫੋਨ ਜਿਹੜਾ ਅਸੀਂ ਕੰਟਰੋਲ ਕਰਦੇ ਆਰਡਰ ਦਿੰਦੇ ਆ ਬਿਲਕੁਲ ਹਾਂ ਆਪਣੀ ਤੋਪ ਨੂੰ ਫਾਇਰ ਕਰਨ ਵਾਸਤੇ ਉਹ GPO ਕਹਿੰਦੇ ਪੋਜੀਸ਼ਨ ਆਫਸਰ ਮੈਂ ਉਹ ਲਿਆਂਦਾ ਆਪਣੀ ਤਰਫ
मैं ਕਿਹਾ ਇਹ 'ਚ ਅਨਾਉਂਸ ਕਰੇ ਕਿ ਸਾਨੂੰ ਬੜਾ ਦੁੱਖ ਹੋਇਆ ਠੀਕ ਹੈ ਸਾਡੇ ਗੁਰੂ ਗੋਬਿੰਦ ਸਾਹਿਬ ਦੇ 'ਚ ਕੋਈ ਸ਼ੱਕ ਨਹੀਂ ਹੈਗਾ ਪਰ ਮੈਂ ਉਹਨੂੰ ਦੱਸਿਆ ਕਿ ਮੇਰੇ ਨਾਲ ਸਾਡੇ ਕੋਲ ਇਸ ਵੇਲੇ ਬੈਠੇ ਕੁਲਦੀਪ ਇੱਕ ਸੀਓ ਕੁਲਦੀਪ ਸਿੰਘ ਕਾਲੋਂ ਜਿਹੜਾ ਕਿ 51 ਸਾਰੇ ਜਾਣਦੇ ਸੀ ਕੈਪਟਨ ਤੋਂ ਤੇ ਫਿਰ ਅਰਸ਼ਕ ਵਾਲੇ ਵੀ ਜਾਣਦੇ ਸੀ ਤੇ ਉਹ ਲੜਾਈ ਲੜ ਚੁੱਕਿਆ ਸੀ ਮੈਂ ਕਿਹਾ ਉਹ ਵੀ ਸਿੱਖ ਹੈ ਸਿੱਖ ਪਲਟਨ ਕਮਾਂਡ ਕਰ ਰਿਹਾ ਉਹਨੇ ਕਿਹਾ ਕਿ ਤੁਸੀਂ ਮਾਰੇ ਜਾਓਗੇ ਜੇ ਸਰੈਂਡਰ ਨਾ ਕੀਤਾ ਉਹਨੇ ਮੈਨੂੰ ਕਿਹਾ ਮੈਂ ਕਿਹਾ ਬੋਲਦਾ ਜਾਏ ਮੈਂ ਕਿਹਾ ਤੂੰ ਨਹੀਂ ਬੋਲਣਾ ਤੇ ਯਾਰ ਤੇਰੇ ਤਾਂ ਮੇਰੇ ਤੋਂ ਸੀਨੀਅਰ ਸੀਗਾ ਭਈਆ ਠੀਕ ਹੈ ਉਦੋਂ ਪਹਿਲਾਂ ਵੀ ਉਹਦਾ ਕੋਈ ਖਿਲਾਫ ਕੇਸ ਚੱਲਿਆ ਸੀ ਕੋਈ ਗੱਲਬਾਤ ਉਹਨੂੰ ਕਹਿ ਲਗਾ ਕਿ ਮੈਂ ਕਿਹਾ ਫਿਰ ਆ ਬੋਲਣਾ ਹੈ ਬੋਲਣ ਦੱਸਿਆ ਤੇ ਫਿਰ ਉਹਨਾਂ ਨੇ ਉੱਦਾਂ ਹੀ ਕੀਤਾ ਤੇ ਉਹ ਜਿਹੜੀ ਸਾਡੀ ਉੱਥੇ ਕੰਪਨੀ ਸੀਗੀ ਸਰਲਾ ਦੇ ਉੱਤੇ ਉਹਨੇ ਸਰੈਂਡਰ ਕਰ ਦਿੱਤਾ ਹੁਣ ਇਸ ਤੋਂ ਬਾਅਦ ਕੀ ਵਾਪਰਿਆ ਉਸ ਤੋਂ ਬਾਅਦ ਕੋਰਟ ਆਫ ਇਨਕੁਆਇਰੀ ਹੋਈ ਕੋਰਟ ਆਫ ਇਨਕੁਆਇਰੀ ਹੋਈ ਫਿਰ ਸਾਰੇ ਜਰਨਲ ਸਾਰੇ ਮੇਰੇ ਵੱਲ ਸਾਰੇ ਕਿ ਭਾਈ ਕਿੱਦਾਂ ਹੁਣ ਕੀ ਕਰੀਏ ਕਿਸ ਤਰ੍ਹਾਂ ਹੋਇਆ ਕਰਨੇ ਤਾਂ ਪਤਾ ਹੀ ਹੈ ਨਾ ਕੋਰਟ ਇਨਕੁਆਇਰੀ ਹੋਣੀ ਹੈ ਕਿ ਭਾਈ ਇੱਕ ਕਲਨ ਆਫ ਦੀ ਰੈਜੀਮੈਂਟ ਜਦੋਂ ਆਪਾਂ ਆਪਣੀ ਗੱਲ ਵਿੱਚ ਵਿਚਾਲੇ ਰਹਿ ਗਈ ਜਦੋਂ ਤੁਸੀਂ ਦੱਸਿਆ ਵੀ ਇਹ ਸ਼ਬਦ ਲਾਉਂਦੇ ਜਾਓ ਕਿ ਉਦੋਂ ਕਿਵੇਂ ਕਿਸ ਤਰ੍ਹਾਂ ਹੋ ਕੋ ਥੋੜੀ ਜਿਹੀ ਮੜੀ ਡਿਟੇਲ ਚ ਦੱਸੋ ਵਿੱਚ ਰਹਿ ਗਈ ਗੱਲ ਆਪਣੀ ਮਿਲ ਆਹੋ ਉਹ ਇਦਾਂ ਸੀਗਾ ਕਿ ਮੈਂ ਉਹਨੂੰ ਦੱਸਿਆ ਕਿ ਭਾਈ ਦੇਖੋ ਨਿਹੱਥੇ ਤੇ ਵੈਰ ਨਹੀਂ ਕਰਨਾ ਬਾਹਰ ਨਹੀਂ ਕਰਨਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸਾਡੇ ਧਾਰਮਿਕ ਸਥਾਨ ਤੇ ਹਮਲਾ ਹੋਇਆ ਫੌਜ ਸਾਡੀ ਹੋਈ ਹੈ ਅਸੀਂ ਉਹਦੇ ਪਿੱਛੇ ਹਾਂ ਦੂਜੀ ਫੌਜ ਭਾਵੇਂ ਮਦਰਾਸ ਪਲਟਨ ਸੀ ਜਾਂ ਕੋਈ ਵੀ ਸੀ ਉਹਨੂੰ ਦਿੱਤਾ ਹੈ ਤੇ ਜੇ ਅਸੀਂ ਜੋ ਅਸੀਂ ਹੁਣ ਕਰਨ ਜਾ ਰਹੇ ਹਾਂ ਜੋ ਤੁਹਾਡੀਆਂ ਮੈਂ ਕਿਹਾ ਉਹਨੂੰ ਮੇਰੇ ਦੱਸਣਾ ਕਿ ਇਹ ਕਾਰਵਾਈ ਹੋਏਗੀ ਜਿਹਨੇ ਕਿ ਸਾਡੇ ਧਰਮ ਦੇ ਖਿਲਾਫ ਮੈਂ ਉਹਦੇ 'ਚ ਸ਼ਾਮਲ ਹਾਂ ਮੈਂ ਤੇ ਪਾਠ ਕਰਦਾ ਮੈਂ ਤੇ ਗੁਰਦੁਆਰੇ ਸਾਹਿਬ ਜਾਣਾ ਤੁਹਾਡੇ ਵੀ ਫੰਕਸ਼ਨ 'ਚ ਆਉਣਾ ਮੈਨੂੰ ਜ਼ਿਆਦਾ ਦੁੱਖ ਹੈ ਤੇ ਤੁਸੀਂ ਇਹ ਕੰਮ ਨਾ ਕਰਿਓ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਨਾ ਜੇ ਤੁਸੀਂ ਸਰੈਂਡਰ ਮੇਰੇ ਵੱਲੋਂ ਕਹਿ ਦੇਣਾ ਗ੍ਰੰਥੀ ਨੂੰ ਕਿਹਾ ਸੀ ਉਹਨੂੰ ਨਹੀਂ ਕਿ ਤੁਸੀਂ ਗ੍ਰੰਥੀ ਸਾਹਿਬ ਬਾਬਾ ਜੀ ਤੁਸੀਂ ਇਹ ਮੇਰੇ ਵੱਲੋਂ ਕਿਹਾ ਕਿ ਮੈਂ ਹੁਣ ਜਾਂਦਾ ਹੁੰਦਾ ਸੀਗਾ ਤੁਸੀਂ ਮੇਰੇ ਵੱਲੋਂ ਅਨਾਉਂਸ ਕਰਿਓ ਕਿ ਮੇਰਾ ਇਹ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਨੇ ਕੋਈ ਕਾਰਵਾਈ ਮਤਲਬ ਤੁਸੀਂ ਸਰੈਂਡਰ ਕਰ ਦਿਓ ਤੇ ਜਿਹੜੇ ਅਫਸਰਾਂ ਨੇ ਗਲਤ ਕੰਮ ਕੀਤਾ ਜਿਨ੍ਹਾਂ ਨੇ ਇਹੋ ਜਿਹੀ ਸ਼ਬਦਾਵਲੀ ਵਰਤੀ ਹੈ ਜਿਨ੍ਹਾਂ ਨੇ ਉਕਸਾਇਆ ਹੈਗਾ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਕਾਰਵਾਈ ਕੋਰਟ ਇਨਕੁਆਇਰੀ ਹੋਈ ਮਤਲਬ ਸਰੈਂਡਰ ਕਰਤਾ ਅਖੀਰ ਤੇ ਲੰਬੀ ਫਿਰ ਹੁਣ ਸ਼ਬਦ 2-3 ਗੱਲਾਂ ਦੱਸੀਆਂ ਉਹਨਾਂ ਤੋਂ ਦੱਸਿਆ ਮੈਂ ਸ਼ਬਦ ਹੀ ਦੱਸਿਆ ਇੱਕ ਹੋਰ ਵੀ ਦੱਸਿਆ ਮੈਂ ਉਹ ਹੁਣ ਅਸਲ ਯਾਦ ਨਹੀਂ ਆ ਰਿਹਾ ਪਰ ਮੈਂ ਗੱਲ ਕਰਨ ਲੱਗਾ ਕਿ ਉਹੋ ਹੀ ਕੰਮ ਕੀਤਾ ਮੈਗਾਫੋਨ ਤੇ ਉੱਦਾਂ ਹੀ ਹੋਇਆ ਢੋਲਕੀ ਛਾਣੇ ਨਾਲ ਗਏ ਤੇ ਉੱਦਾਂ ਜਾ ਕੇ ਜੋ ਅਨਾਉਂਸ ਕਰ ਦਿਓ ਮੇਰੇ ਹਾਂ ਲੋੜ ਪਏਗੀ ਤੇ ਮੈਂ ਜੇ ਮੈਨੂੰ ਕਹਿਣਗੇ ਭੇਜ ਤੇ ਮੈਂ ਚੱਲਾਂਗਾ ਸੀਓ ਦੇ ਨਾਲ ਫਿਰ ਸੀ ਕਮਾਂਡਰ ਵੀ ਚੱਲੇ ਨਾਲ ਜੀ ਮੈਂ ਤੇ ਉਹਨਾਂ ਕੋਲ ਅੱਛਾ ਜਾਂਦਾ ਹੀ ਸੀਗਾ ਅੱਛਾ ਲਓ ਜੀ ਫਿਰ ਉਹ ਕੋਰਟ ਇਨਕੁਆਇਰੀ ਹੋਈ ਮੇਜਰ ਮਲਹੋਤਰਾ ਤੇ ਬਾਕੀ ਜਿਹੜੇ ਸੀ ਜਿਹਨਾਂ ਨੇ ਗਲਤ ਸ਼ਬਦ ਉਹਨੂੰ ਬਲੇਮ ਕੀਤਾ ਗਿਆ ਫਿਰ ਕਾਰਵਾਈ ਵੀ ਹੋਈ ਮੇਜਰ ਮਲਹੋਤਰਾ ਤੇ ਗਲਤ ਸ਼ਬਦਾਂ ਵਰਤਣ ਲਈ ਯੈਸ ਕਾਰਵਾਈ ਹੋਈ ਪਰ ਜਿਹੜੀ ਨਾਲ ਜਿਹੜੇ ਮਾਰਿਆ ਸੀ ਉਹਨਾਂ ਤੇ ਕੋਰਟ ਮਾਰਸ਼ਲ ਹੋਇਆ ਉਹਨਾਂ ਤੇ ਕੈਦ ਹੋਈ ਕਿੰਨੇ ਸਾਲ ਦੀ ਕੈਦ ਹੋ ਗਈ ਜਿਨ੍ਹਾਂ ਨੇ ਕਈਆਂ ਨੂੰ ਕਿਸੇ ਨੂੰ 5 ਅਲੱਗ ਸੀ ਨਾ ਆਰਮੀ ਐਕਟ ਦੇ 7 ਸਾਲ ਕੇ 6 ਸਾਲ 3 ਸਾਲ ਕਈਆਂ ਨੂੰ ਹੋਈ ਜਿਨ੍ਹਾਂ ਨੇ ਨਹੀਂ ਸੀ ਵੀ ਗੋਲੀ ਚਲਾਈ ਉਹਨਾਂ ਨੂੰ ਵੀ ਹੋਈ ਉਹਨਾਂ ਨੂੰ ਕਿਉਂ ਹੋ ਗਈ ਜਿਹਨਾਂ ਨੇ ਉਹਨਾਂ ਤਾਂ ਹੋਈ ਕਿਉਂਕਿ ਉਹਨਾਂ ਨੇ ਸਕੀਮ ਬਣਾਈ ਸੀ ਨਾਲ ਅਸੀਂ ਮਾਰ ਦੇਣਾ ਉਹਨਾਂ ਦੀ ਪਲੈਨਿੰਗ ਬੜੇ ਹੋਈ ਕਿਉਂਕਿ ਮੇਰੇ ਕੋਲ ਆਉਂਦੇ ਰਹੇ ਬਾਅਦ ਜੇਸੀਓ ਕਹਿਣ ਲੱਗਾ ਮੈਨੂੰ ਆ ਕੇ ਜਿਹਦੇ ਕੇਸ ਚੱਲਿਆ ਸੀ ਕਹਿੰਦੇ ਜੀ ਉਸ ਵੇਲੇ ਤੁਸੀਂ ਸਾਨੂੰ ਸੁਣਾ ਭੇਜਿਆ ਸੀ ਬਾਬਾ ਜੀ ਦੇ ਰਸਤੇ ਕਿ ਤੁਸੀਂ ਸਾਡੀ ਰੱਖਿਆ ਮੈਂ ਕਿਹਾ ਰੱਖਿਆ ਨਹੀਂ ਮੈਂ ਕਿਹਾ ਸੀ ਤੁਹਾਡੀ ਮੈਂ ਕਿ ਜਿਹਨੇ ਉਹਦੀ ਗੱਲ ਕਰਾਂਗਾ ਕਿ ਉਹਦੇ ਖਿਲਾਫ ਕਾਰਵਾਈ ਹੋ ਤੇ ਕੋਰਟ ਇਨਕੁਆਇਰੀ ਹੋਈ ਮੈਨੂੰ ਇਹ ਸਵਾਲ ਕਰਨ ਮੇਰੇ ਕੋਲ ਆ ਕੇ ਮਿਲੇ ਲੱਗੇ ਤੇ ਸੀ ਮੇਰੀ ਯੂਨਿਟ ਆ ਕੇ ਬਾਅਦ 'ਚ ਗੱਲ ਜੋ ਸ਼ੁਰੂ ਹੋਇਆ 1 ਮਹੀਨੇ ਬਾਅਦ ਸ਼ੁਰੂ ਹੋ ਗਈ ਨਾ ਇਨਕੁਆਇਰੀ ਮਲਹੋਤਰਾ ਨੂੰ ਤੇ ਪੋਸਟ ਕਰ ਦਿੱਤਾ ਗਿਆ ਉਹਨੂੰ ਸਿੱਖ ਲਈ ਕੱਢ ਕੇ ਦੂਜੇ ਕਰਤਾ ਗਿਆ ਮਗਰ ਬੜੀ ਹਲਕੀ ਜਿਹੀ ਪਨਿਸ਼ਮੈਂਟ ਦੀ ਅਫਸੋਸ ਦੀ ਗੱਲ ਹੈ ਜਿਹੜੀ ਕੋਈ ਬਤਲਾਇਆ ਉਧਰ ਕਰਤਾ ਇੱਧਰ ਕਰਤਾ ਜੇ ਪਠਾਨੀਆਂ ਨੂੰ ਵੀ ਇੱਦਾਂ ਕੁਝ ਮਗਰ ਜਿਹੜੇ ਜਵਾਨ ਜਿਹੜੇ ਕਿ ਜਿਨ੍ਹਾਂ ਨੇ ਸਰੈਂਡਰ ਕਰਤਾ ਜਿਹੜੇ ਕਿ ਠੀਕ ਹੈ ਗੋਲੀ ਚਲਾਈ ਆਰਮੀ ਐਕਟ ਥੱਲੇ ਤੇ ਆਉਂਦੇ ਹੀ ਨੇ ਉਹਨਾਂ ਨੂੰ ਕਾਫੀ ਸਜ਼ਾਵਾਂ ਹੋਈਆਂ ਤੇ ਮਗਰ ਉਹ ਜਿਨ੍ਹਾਂ ਨੇ ਬਗਾਵਤ ਕਰਤੀ ਸੀ ਉਹਨਾਂ ਨੂੰ ਵੀ ਸਜ਼ਾਵਾਂ ਹੋਈਆਂ ਬਿਲਕੁਲ ਨਹੀਂ ਉਹ ਹੋਰ ਸਿੱਖ ਪਲਟਨ ਦੀ ਯੈਸ ਹੋਰ ਸਿੱਖ ਪਲਟਨ 9 ਸਿੱਖ ਪਲਟਨ ਉਹ 'ਚ ਕਾਫੀ ਸਾਰੇ ਭੱਜੇ ਸੀ 9 ਸਿੱਖ ਪਲਟਨ ਨੂੰ ਡਿਸਬੈਂਡ ਕਰਤਾ ਗਿਆ ਔਰ ਹਾਲੇ ਤੱਕ ਉਸ ਪਲਟਨ ਨੂੰ ਦੁਬਾਰਾ ਖੜਾ ਨਹੀਂ ਕੀਤਾ ਗਿਆ ਇਹ ਜਿਹੜੇ ਸਾਡੇ ਸਿਆਸਤਦਾਨ ਨੇ ਗੱਲਾਂ ਬੜੀਆਂ ਕਰਦੇ ਨੇ ਕਿਸੇ ਨੇ ਆਵਾਜ਼ ਨਹੀਂ ਉਠਾਈ ਪ੍ਰਧਾਨ ਮੰਤਰੀ ਕੇ ਪਾਸ ਕਿਤੇ ਹੋਰ ਕਿ ਇਹਨਾਂ ਨੂੰ ਜੋ ਸਾਡੇ ਜੋ ਕਿ 9 ਸਿੱਖ ਪਲਟਨ ਦਾ ਠੀਕ ਹੈ ਭੱਜੇ ਹੋਣਾ ਚਾਹੋ ਤਾਂ ਸਾਰੀ ਪਲਟਨ ਨੂੰ ਜੇ ਕੋਈ ਕਸੂਰਵਾਰ ਹੈ ਅਗਰ ਮੈਂ ਕਸੂਰਵਾਰ ਤੇ ਐਕਸ਼ਨ ਬੇਤੇ ਹੋਣਾ ਚਾਹੀਏ ਸਾਰੀ ਪਲਟਨ ਸਾਰੀ ਸਿੱਖ ਕੌਮ ਨੂੰ ਸਜ਼ਾ ਨਹੀਂ ਦੇਣੀ ਚਾਹੀਏ ਉਸ ਪਲਟਨ ਦਾ ਕੀ ਸਾਰੀ ਹਾਂ ਜੇ ਸੀਓ ਮਾੜਾ ਨਿਕਲਿਆ ਜਿਹੜਾ ਸੰਭਾਲ ਨਹੀਂ ਸਕਿਆ ਉਹਦੇ ਖਿਲਾਫ ਕਾਰਵਾਈ ਹੋਈ ਪਰ ਪਲਟਨ ਨੂੰ ਡਿਸਬੈਂਡ ਕਰਨ ਦਾ ਉਹਦੇ ਸਾਰੇ ਥੋੜੇ ਭੱਜੇ ਸੀਗੇ ਉਹ ਕੀ ਮਤਲਬ ਹੋਇਆ
ਉਹ ਇੱਕ ਬਹੁਤ ਵੱਡਾ ਮੈਂ ਚੈਲੰਜ ਸੀਗਾ। ਉਹ ਅੱਜ ਤੱਕ ਮੈਂ ਕਈ ਵਾਰੀ ਇਹਦੇ ਬਾਰੇ ਕਹਿ ਚੁੱਕਿਆ ਕਿ ਕਰੋ ਇਹਦੇ ਬਾਰੇ। ਮੈਂ ਡਾਇਰੈਕਟਰ ਦੇ ਤੌਰ ਤੇ ਕਹਿ ਚੁੱਕਿਆ, ਉਦੋਂ ਵੀ ਜੋ ਡਾਇਰੈਕਟਰ ਸਨ ਕੋਲ ਕੁਛ ਨਹੀਂ ਹੋਇਆ। ਅੱਜ ਤੱਕ ਉਹ ਪਲਟਨ ਖੜੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸੈਂਟਰ 'ਚੋਂ ਭੱਜੇ, ਸੈਂਟਰ 'ਚੋਂ ਹੀ ਭੱਜੇ ਉਹ ਕਮਾਂਡਰ ਨੂੰ ਮਾਰ ਕੇ, ਸ਼ਾਇਦ ਉਹ 'ਚ ਤੇ ਉਹਦਾ ਕਸੂਰ ਨਹੀਂ ਸੀ। ਹੁਣ ਕੀ ਹੋਇਆ, ਜਦੋਂ ਕੋਰਟ ਮਾਰਸ਼ਲ, ਇਹ ਵੀ ਗੱਲ ਕਰਨਾ ਚਾਹੁੰਦਾ, ਜਦੋਂ ਕੋਰਟ ਮਾਰਸ਼ਲ ਪ੍ਰੋਸੀਡਿੰਗ ਸ਼ੁਰੂ ਹੋਈਆਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਬਲਪੁਰ ਵਿਖੇ ਕੋਰਟ ਅਸੈਂਬਲ ਹੋਈ। ਜਨਰਲ ਹਰਬਖਸ਼ ਸਿੰਘ, ਕੌਣ ਨਹੀਂ ਜਾਣਦਾ ਉਹਨਾਂ ਨੂੰ, ਪੰਜਾਬ ਤੇ ਕਸ਼ਮੀਰ ਦਾ ਰਾਖਾ। ਤੇ ਉਹ ਮੈਂ ਗੱਲ ਕਰਦਾ 84 ਤੋਂ ਬਾਅਦ 85 ਜਦੋਂ ਸ਼ੁਰੂ ਹੋਇਆ, ਤੇ ਉਹਨੇ ਜਾ ਕੇ ਕਿਹਾ ਮੈਂ ਵਕਾਲਤ ਕਰਨਾ ਚਾਹੁੰਦਾ। ਆਹ ਗੱਲ ਸੁਣਨ ਵਾਲੀ ਹੈ ਮੇਰੀ। ਉਹਨੇ ਕਿਹਾ ਮੈਂ ਵਕਾਲਤ ਕਰਨਾ ਚਾਹੁੰਦਾ। ਮੈਂ ਆਪਣੀ ਕਿਤਾਬ ਲਿਖੀ ਜਿਹੜੀ ਜਨਰਲ ਬਖਸ਼ ਬਾਰੇ, ਉਹ 'ਚ ਮੈਂ ਦਰਜ ਕੀਤਾ, ਉਹ ਮੈਂ ਰਿਕਾਰਡ ਕੀਤਾ, ਉਹਦੇ ਵਿੱਚ ਦਰਜ ਹੈ ਐਕਚੁਅਲ ਸਟੇਟਮੈਂਟ। ਉਹ ਗਏ ਕਿਉਂਕਿ ਸਿੱਖ ਰੈਜੀਮੈਂਟ ਦੇ ਕਰਨਲ ਆਫ ਦੀ ਰੈਜੀਮੈਂਟ ਰਹਿ ਚੁੱਕੇ, ਉਹਨਾਂ ਨੇ ਕਸ਼ਮੀਰ ਵਿੱਚ ਆਇਆ, ਸਿੱਖ ਪਲਟਨ ਕਮਾਂਡ ਕੀਤੀ ਉਹਨਾਂ ਨੇ, ਤੇ ਸਿੱਖ ਉਹ ਬ੍ਰਿਗੇਡ 'ਚ ਰਹੇ। ਬਾਕੀ ਉਹਨੂੰ ਕੌਣ ਨਹੀਂ ਜਾਣਦਾ, ਦੇਸ਼ ਭਰ ਨੇ, ਦੁਨੀਆ ਭਰ ਜਾਣਦੀ ਹੈ। ਉਹਨਾਂ ਨੇ ਜਾ ਕੇ ਉੱਥੇ ਕਿਹਾ, ਪਹਿਲਾਂ ਉਹਨਾਂ ਨੂੰ ਕਰ ਨਹੀਂ ਸੀ ਦਿੰਦੇ, ਵੜ ਨਹੀਂ ਸੀ ਦਿੰਦੇ। ਐਸ ਮਹਾਨ ਜਰਨੈਲ ਨੂੰ, ਕੌਮੀ ਪੱਧਰ ਵਾਲੇ ਜਰਨੈਲ ਨੂੰ, ਵਿਸ਼ਵ ਪੱਧਰ ਜਰਨੈਲ ਨੂੰ, ਜਿਹਦੇ ਬਾਰੇ ਦੁਨੀਆ ਜਾਣਦੀ ਹੈ, ਪਹਿਲਾਂ। ਫਿਰ ਉਹਨੇ ਕਿਹਾ ਨਹੀਂ, ਮੈਂ ਇੱਥੇ ਆ ਕੇ ਗਵਾਹ ਦੇ ਤੌਰ ਤੇ ਭੁਗਤਣਾ ਚਾਹੁੰਦਾ। ਉਹਨੇ ਫਿਰ ਗੱਲ ਕੀਤੀ, ਉਹਨੇ ਕਿਹਾ ਬੜਾ ਵੱਡਾ ਇੱਕ ਨੁਕਤਾ ਉਠਾਇਆ ਕਿ ਜੇ 65 ਦੀ ਜੰਗ ਤੇ ਪੂਰਾ ਪੰਜਾਬ, ਹਿਮਾਚਲ, ਹਰਿਆਣਾ ਸਾਰਾ ਕੁਛ ਉੱਥੇ ਜੋ ਕੁਝ ਵਾਪਸ, ਉਹਨਾਂ ਕਿਹਾ ਕਿ ਜੇ 65 ਜਾਂ 71 ਦੀ ਜੰਗ ਜਿਹੜੇ ਜੰਗੀ ਮੈਦਾਨ 'ਚੋਂ ਭੱਜੇ ਸਨ ਉਹਨਾਂ ਨੂੰ ਤੇ ਵਾਪਸ ਲੈ ਲਿਆ, ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ। ਤੇ ਜੇ 84 'ਚ ਜਦੋਂ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਇਆ ਗਿਆ, ਇਹਨਾਂ ਨੂੰ ਕਿਉਂ ਵਾਪਸ ਨਹੀਂ ਲਿਆ? ਫਿਰ ਇਹ ਵੀ ਮੰਨਿਆ ਜਾਵੇ, ਜਿਵੇਂ ਕਿ ਹੁਣ ਕਿਹਾ ਜਾਂਦਾ ਵੀ ਸਿੱਖਾਂ ਲਈ 2 ਕਾਨੂੰਨ ਨੇ, ਜਿਵੇਂ 71 ਦੇ ਵਿੱਚ ਜਿਹੜੇ ਬਾਗੀ ਹੋਏ ਸੀ ਉਹਨਾਂ ਦੇ ਕੋਈ ਕੇਸ ਨਹੀਂ ਚੱਲਿਆ। ਨਹੀਂ, ਕਾਨੂੰਨ ਤੇ ਆਰਮੀ ਐਕਟ ਜਿਹੜਾ ਫੌਜ ਵਾਸਤੇ ਉਹ ਇੱਕੋ ਹੀ ਹੈ। ਇਹ ਫਿਰ ਤੁਸੀਂ ਕਹਿੰਦੇ ਵੀ 71 ਵਾਲਿਆਂ ਤੇ ਲਾਗੂ ਨਹੀਂ ਹੋਇਆ? ਹਾਂ, ਇਹ ਤੇ ਵੱਡੇ ਲੈਵਲ ਦੀ ਗੱਲ ਹੈ। ਇਹ ਤੇ ਫਿਰ ਇਹ ਕੌਣ ਸਾ ਕਾਨੂੰਨ? ਇਹ ਤੇ ਕਾਨੂੰਨ ਫਿਰ ਸਾਡੀ ਜਿਹੜੀ ਸਰਵਉੱਚ ਅਦਾਲਤ ਹੈ। ਇਹ ਬਿਲਕੁਲ ਸਹੀ ਪੁਆਇੰਟ ਹੈ ਜੋ ਜਨਰਲ ਹਰਬਖਸ਼ ਸਿੰਘ ਨੇ ਉੱਥੇ ਹਾਂ ਦਾ ਨਾਰਾ ਮਾਰਿਆ। ਕੋਈ ਹੋਰ ਹੈ ਜਰਨੈਲ, ਕੋਈ ਹੈ ਨੇਤਾ ਜਿਨ੍ਹਾਂ ਨੇ ਕਿਹਾ ਬਗਾਵਤ ਕਰ ਦਿਓ, ਜਾਂ ਦੂਜੇ ਨੇਤਾ, ਕੋਈ ਮੁੱਖ ਮੰਤਰੀ ਰਿਹਾ ਹੋ ਜਾਂ ਕੋਈ ਪ੍ਰਾਈਮ ਮਿਨਿਸਟਰ ਰਿਹਾ ਹੋ, ਕੋਈ ਕੁਛ, ਕਿਸੇ ਹੈ ਹਿੰਮਤ ਉੱਥੇ ਜਾ ਕੇ ਆਪਣੇ ਆਪ ਕਿ ਉੱਥੇ ਜਾ ਕੇ ਇਹ ਗੱਲ ਕਹੇ ਕਿ ਤੁਸੀਂ 2 ਕਾਨੂੰਨ ਨੇ ਤੁਹਾਡੇ ਦੇਸ਼ ਵਿੱਚ? ਇਹ ਉਹਨੇ ਕਿਹਾ ਜਾਂ ਨਹੀਂ ਕਿਹਾ? ਪਰ ਮੈਂ ਇੱਕ ਗੱਲ ਹੋਰ ਆਉਣਾ, ਜਦੋਂ ਹਰਮੰਦਰ ਸਾਹਿਬ ਤੇ ਫੌਜ ਨੇ ਅਟੈਕ ਕੀਤਾ, ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ, ਤੁਹਾਨੂੰ ਵੀ ਕਿਹਾ ਗਿਆ ਸੀ ਵੀ ਤੁਸੀਂ ਚਲੇ ਜਾਓ, ਤੁਹਾਡੇ ਤੱਕ ਵੀ ਪਹੁੰਚੀ ਸੀ ਗੱਲ? ਇਹ ਵੀ ਥੋੜਾ ਜ਼ਿਕਰ ਦੱਸੋ। ਦੇਖੋ, ਸਿੱਖ ਪਲਟਨ ਕਮਾਂਡ ਕਰ ਰਿਹਾ ਸੀ, ਕੈਪਟਨ ਤੋਂ ਲੈ ਕੇ ਮੈਂ ਤੁਹਾਨੂੰ ਬੈਕਗਰਾਉਂਡ ਦੱਸ ਚੁੱਕਿਆ। ਮੇਰੀ ਇੱਕ ਜਵਾਨ ਦੇ ਨਾਲ ਰਾਬਤਾ ਸੀ, ਇੱਕ ਜਵਾਨ ਦੇ ਨਾਲ। ਮੈਂ ਉਹਨਾਂ ਦਾ ਦਰਬਾਰ ਵੀ ਲਿਆ, ਉਹਨਾਂ ਨੂੰ ਸਮਝਾਇਆ ਵੀ ਕਿ ਤੁਹਾਡੇ ਨਾਲੋਂ ਤੁਸੀਂ ਮੈਨੂੰ ਗੁਰਦੁਆਰਾ ਸਾਹਿਬ ਦੇਖਦੇ ਹੋ, ਅਖੰਡ ਪਾਠ 'ਚ ਹਿੱਸਾ ਲੈਂਦਾ ਦੇਖਦੇ ਹੋ, ਤੁਸੀਂ ਮੈਂ ਸਭ ਕੁਝ ਸੁਣਦੇ ਹੋ ਮੇਰੇ ਵਿਚਾਰ। ਮੈਂ ਤੁਹਾਨੂੰ ਕਹਿਣਾ ਇਸ ਵੇਲੇ ਬਹੁਤ ਔਖੀ ਘੜੀ ਆਈ ਹੈ ਸਿੱਖ ਜਗਤ ਵਾਸਤੇ। ਜੇ ਤੁਹਾਡੇ 'ਚੋਂ ਕੋਈ ਭੱਜਿਆ, ਇੱਕ ਪਲਟਨ ਦਾ ਨਾਮ ਬਹੁਤ ਵੱਡਾ ਹੁੰਦਾ, ਪਲਟਨ ਦੀ ਬਦਨਾਮੀ ਤੇ ਹੈ ਹੀ ਹੈ। ਦੂਜੀ ਗੱਲ, ਫੜੇ ਜਾਓਗੇ, ਮਾਰੇ ਜਾਓਗੇ, ਨੁਕਸਾਨ ਹੋਏਗਾ ਤੁਹਾਡੇ ਪਰਿਵਾਰ ਨੂੰ। ਕਿਸੇ ਨੇ ਪੁੱਛਣਾ ਇਹ ਕੁਝ ਹੋਇਆ ਜਿਹੜੇ ਕਿ ਰਾਮਗੜ੍ਹ ਜਾਂ ਹੋ ਕੇ ਭੱਜੇ ਸਨ, ਉਹਨਾਂ ਦੀ ਬੁਰੀ ਹਾਲਤ, ਉਹਨਾਂ ਨੂੰ ਕਈ ਸਜ਼ਾ ਮਿਲਿਆ। ਤੇ ਮੈਂ ਤੇ ਆਪਣੀ ਪਲਟਨ ਨੂੰ, ਮੈਨੂੰ ਉਹਨੇ ਕਿੰਨੇ ਕਹਿਣਾ ਸੀ, ਮੈਨੂੰ ਕੌਣ ਕਹਿ ਸਕਦਾ ਸੀ ਕਿ ਤੁਸੀਂ ਜਾਓ? ਹਾਂ, ਜੇ ਉੱਥੇ ਮੇਰੀ ਪਲਟਨ ਹੁੰਦੀ ਤੇ ਮੈਂ ਤਾਂ ਨਹੀਂ ਸੀ ਜਾਣਾ ਉੱਥੇ ਹਰਿਮੰਦਰ ਸਾਹਿਬ ਅਟੈਕ ਵਾਸਤੇ, ਇਹ ਤੁਹਾਨੂੰ ਦੱਸ ਸਕਦਾ। ਜੇ ਮੈਨੂੰ ਕਿਹਾ ਜਾਂਦਾ ਉਸ ਵੇਲੇ ਕਿ ਤੁਸੀਂ ਅਮਲੇ ਸ਼ਾਮਲ ਹੋ ਨਾ, ਮੈਂ ਆ ਜੁੱਤੇ ਪਾ ਕੇ ਜੋ ਕੁਝ ਉੱਥੇ ਕੀਤਾ। ਔਰ ਉੱਥੇ ਇੱਕ ਗੱਲ ਦੱਸ ਦਿਆਂ, ਇਹ ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ, ਉਹ ਉਸ ਵੇਲੇ ਕਰਨਲ ਐਡਮਿਨਿਸਟ੍ਰੇਸ਼ਨ ਸੀ ਉੱਥੇ 15 ਡਿਵ 'ਚ। ਉਹਨਾਂ ਨੇ ਆਪਣੀ ਕਿਤਾਬ ਲਿਖੀ, ਉਹ 'ਚ ਲਿਖਿਆ ਕੀ ਅਤਿਆਚਾਰ ਜੁਮੇ। ਮੈਂ ਇੱਥੇ ਤੁਹਾਨੂੰ ਇਹ ਗੱਲ ਦੱਸਾਂ, ਮੇਜਰ PS ਗੋਮਨ ਸੀਗਾ, ਮੇਜਰ ਗੋਮਨ, ਜਿਹਨੂੰ ਕਿ 84 ਆਰਮਡ ਦਾ ਉਹ ਸੀਗਾ, ਉਹਨੂੰ ਉਹਦੇ ਵਿੱਚ ਕੰਮ ਸੌਂਪਿਆ ਕਿ ਤੁਸੀਂ ਆ ਕੋਈ 70 ਦੇਹਾਂ ਦਾ ਸੰਸਕਾਰ ਕਰਨਾ ਹੈ। ਆਹ ਗੱਲ ਹੁਣ ਸੁਣਨ ਵਾਲੀ ਹੈ, ਇਹ ਸੰਸਕਾਰ ਕਰਨਾ ਹੈ। ਬ੍ਰਿਗੇਡੀਅਰ ਓਂਕਾਰ ਸਿੰਘ ਜਿਹੜੇ ਉੱਥੇ ਹਰਮੰਦਰ ਸਾਹਿਬ ਅਟੈਕ 'ਚ ਮਾਰੇ ਗਏ? ਨਹੀਂ ਮਾਰੇ ਗਏ ਉਦੋਂ, ਉਹਨਾਂ 'ਚ ਉਹਨਾਂ ਸੰਸਕਾਰ ਕਰਨਾ ਹੈ। ਕਿੰਨੀਆਂ ਡੈਡ ਬੋਡੀਆਂ ਸੀ ਫੌਜ? ਉਹ ਤਾਂ ਬਥੇਰੀਆਂ ਸਨ। ਮੈਂ ਉਹਨੂੰ 70 ਵਾਸਤੇ ਉਹਨੇ ਕਿਹਾ ਕਿ ਉਹਨੂੰ ਕਿਹਾ ਗਿਆ। ਮੈਂ ਇੱਕ ਇਨਸੀਡੈਂਟ ਦੱਸ ਰਿਹਾ। ਉਹਨੂੰ ਮੇਜਰ ਘੁੰਮਣ ਨੂੰ ਕਿਹਾ ਗਿਆ ਕਿ ਤੂੰ ਜ਼ਿੰਮੇਵਾਰ ਹੈ ਸੰਸਕਾਰ ਕਰਵਾਉਣਾ ਹੈ। ਉਹਨੇ ਦੇਖਿਆ ਕਿ ਸੰਤ ਜਰਨੈਲ ਸਿੰਘ ਦੀ ਬੋਡੀ ਜਿਹੜੀ ਸੀ, ਸਰੀਰ ਉਹਦੀ ਇੱਕ ਲੱਤ ਇੱਦਾਂ ਥੱਲੇ ਲਟਕਦੀ ਆ ਰਹੀ ਸੀ। ਉਹਨੇ ਮੇਜਰ ਘੁੰਮਣ ਨੇ, ਬਾਕੀ ਫੌਜ ਸੀਗੀ ਪਰ ਉਹਨੂੰ ਦਿੱਤੀ ਗਈ ਜੁਮੇ ਸਿੱਖ ਹੋਣ ਦੇ ਨਾਤੇ ਅਰਦਾਸ ਵੀ ਹੋਣੀ ਸੀ, ਉਹਨੇ ਲੱਤ ਨੂੰ ਹੱਥ ਲਾਇਆ, ਠੀਕ ਹੈ ਨਾ। ਮੇਜਰ ਘੁੰਮਣ ਨੇ ਉੱਪਰ ਕਰਨ ਦੀ ਕੋਸ਼ਿਸ਼ ਕੀਤੀ ਹੋਣੀ, ਉਹਦੀ ਆਸਥਾ ਜੋ ਵੀ ਸੀਗਾ, ਮਗਰ ਉਸ ਤੋਂ ਬਾਅਦ ਜਾ ਕੇ ਕੀ ਹੋਇਆ, ਜਦੋਂ ਅਰਦਾਸ ਹੋਣ ਲੱਗੀ ਤੇ ਉਹ ਵੀ ਹੱਥ ਜੋੜ ਕੇ
ਕਮਿਸ਼ਨ ਤੇ ਖੜਾ ਸੀ, ਉਹਦੀ ਇਨਕੁਆਰੀ ਹੋਈ, ਉਹਨੂੰ ਸਵਾਲ ਕੀਤੇ ਗਏ ਤਾਂ ਤੂੰ ਅਰਦਾਸ ਦੇ ਟਾਈਮ ਹੱਥ ਕਿਉਂ ਜੋੜੇ ਕਿ ਇਹ ਡਬਲ ਕਾਨੂੰਨ ਨਹੀਂ? ਉਹ ਜਿਨ੍ਹਾਂ ਨੇ ਕਿਹਾ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋਈ? ਉਹ ਜੋ ਮੈਂ ਗੱਲ ਕਹਿ ਰਿਹਾ, ਇਹ ਇੱਕ ਆਊਟਲੁੱਕ ਮੈਗਜ਼ੀਨ ਉਹਦੇ ਵਿੱਚ ਮੇਜਰ ਘੁੰਮਣ ਤੁਸੀਂ ਦੱਸ ਰਹੇ ਹੋ ਉਹਨੇ ਅਰਦਾਸ ਲਈ ਹੱਥ ਜੋੜੇ ਸੀ, ਫਿਰ ਵੀ ਕਾਰਵਾਈ ਕਰ ਦਿੱਤੀ। ਮੈਂ ਕਹਿਣ ਡਿਆ ਉਹਨੂੰ ਸਵਾਲ, ਉੱਥੇ ਅਰਦਾਸ ਜਦੋਂ ਉਹਨਾਂ ਨੂੰ ਉਸ ਸਾਰੇ 70 ਜਿਨ੍ਹਾਂ ਨੂੰ ਜਿਹੜੀ ਜਗ੍ਹਾ ਲਾਗੇ ਕਿਤੇ ਸੰਸਕਾਰ ਕੀਤਾ ਗਿਆ ਤੇ ਉਸ ਵੇਲੇ ਅਰਦਾਸ ਹੋ ਰਹੀ ਸੀ, ਅਰਦਾਸ ਤੇ ਹੋਈ ਜਿਹਨੂੰ ਵੀ ਡਿਊਟੀ ਲਾਈ ਗਈ ਸੀ, ਉਹਦੇ ਨਾਲ ਹੋਰ ਅਫਸਰ ਸਨ, ਕਰਨਲ ਦੂਜੇ, ਪਰ ਉਹਨੇ ਜਦੋਂ ਉਹਨੇ ਹੱਥ ਜੋੜ ਕੇ ਅਰਦਾਸ 'ਚ ਸ਼ਾਮਲ ਹੋਇਆ ਤੇ ਉਹਦੇ ਤੇ ਬਾਅਦ ਜਿਹੜੀ ਇਨਕੁਆਰੀ ਹੋ ਕਰ ਦਿੱਤੀ ਗਈ ਕਿ ਇੱਕ ਤੇ ਭਿੰਡਰਾਂਵਾਲੇ ਦੀ ਲੱਤ ਨੂੰ ਹੱਥ ਕਿਉਂ ਲਾਇਆ। ਦੂਜੀ ਗੱਲ, ਤੂੰ ਅਰਦਾਸ ਦੇ ਟਾਈਮ ਤੇ, ਕਿਉਂਕਿ ਫੌਜੀ ਸੀ ਨਾ, ਮੇਰੀ ਗੱਲ ਸੁਣੋ, ਵਰਦੀ 'ਚ ਸੀਗਾ ਤੇ ਉਹ ਜਿੱਦਾਂ ਬਾਕੀ ਖੜੇ ਸੀ ਇਦਾਂ ਸਾਵਧਾਨ ਹੋਏ ਨੇ, ਉਹ ਕਿਹਾ ਹੁਣ ਉਹਨੇ ਕਿਹਾ ਤੂੰ ਹੱਥ ਕਿਉਂ ਜੋੜੇ? ਇੱਕ ਕੋਟਾ ਇਨਕੁਆਰੀ ਹੋਈ, ਉਹ ਤਾਂ ਵਿਚਾਰਾ ਮੇਜਰ ਹੀ ਰਹਿ ਗਿਆ। ਬਾਅਦ 'ਚ ਮੈਨੂੰ ਇੱਥੇ ਜੋ ਮੈਂ ਡਾਇਰੈਕਟਰ ਸੀ ਬਾਅਦ 'ਚ ਮਿਲਦੇ ਰਹੇ। ਮੇਰਾ ਕਹਿਣ ਤੋਂ ਮਤਲਬ ਹੈ ਕਿ ਇਹ ਉਹ ਕਾਨੂੰਨ ਉੱਥੇ ਲਾਗੂ ਨਹੀਂ। ਕੌਣ ਕਹਿੰਦਾ? ਇੱਥੇ ਵੀ ਜੇ ਮੈਨੂੰ ਇੱਥੇ ਅਰਦਾਸ ਹੁੰਦੀ ਹੋਏ ਮੈਂ ਆਪਣੇ ਜੁੱਤੇ ਲਾ ਕੇ ਮੈਂ ਹੱਥ ਜੋੜਾਂਗਾ। ਬਿਲਕੁਲ ਠੀਕ ਹੈ। ਅਸੀਂ ਮੈਂ ਬੰਦਰ 'ਚ ਵੀ ਜਾਂਦਾ ਰਿਹਾ, ਮੈਂ ਉੱਥੇ ਮੇਰੀ ਕਿਉਂਕਿ ਡੋਗਰਾ ਬੈਠਾ। ਕੱਲ੍ਹ ਸਾਹਿਬ ਮੈਂ ਤੁਹਾਡੇ ਗੱਲ ਟੋਕਦਾ ਵਿੱਚ, ਜਦੋਂ ਮੇਜਰ ਘੁੰਮਣ ਤੇ ਇਨਕੁਆਰੀ ਬੈਠੀ ਫਿਰ ਉਹਨੂੰ ਦੋਸ਼ੀ ਵੀ ਪਾਇਆ ਗਿਆ, ਇਨਕੁਆਰੀ 'ਚ ਕੋਈ ਸਜ਼ਾ ਵੀ ਹੋਈ ਆ? ਸਜ਼ਾ ਹੋ ਗਈ ਕਿ ਮੇਜਰ ਦਾ ਮੇਜਰ ਹੀ ਰਹਿ ਗਿਆ। ਜਿਹੜਾ ਇੱਕ ਆਰਮਡ ਰੈਜੀਮੈਂਟ ਦਾ ਤਗੜਾ ਮੇਜਰ, ਤਗੜਾ ਜੰਗਜੂ, ਹੁਣ ਇਹ ਤੋਂ ਬਾਅਦ ਸਜ਼ਾ ਕੀ ਹੋ ਸਕਦੀ? ਇਹ ਕੋਟਨ ਨੂੰ ਅੱਜ ਬਲੇਮ ਕੀਤਾ ਗਿਆ, ਹੱਥ ਜੋੜੇ, ਉਹਨੂੰ ਰਗੜ ਦਿੱਤਾ ਗਿਆ। ਉਹਨੂੰ ਐਗਜ਼ੈਕਟਲੀ ਕੀ ਹੋਇਆ? ਇਹ ਆਊਟਲੁੱਕ 'ਚ ਆਇਆ ਸੀ 2009। ਕਾਲੂ ਸਾਹਿਬ, ਮੇਰਾ ਤੁਹਾਡੇ ਤੇ ਸਵਾਲ ਆ, ਐਜ ਏ ਸਿੱਖ ਤੁਹਾਡਾ ਮਨ ਵੀ ਨਹੀਂ ਡਾਮਾਡੋਲ ਹੋਇਆ? ਕਿਉਂਕਿ ਜਦੋਂ ਅਟੈਕ ਹੋਇਆ ਹਰ ਸਿੱਖ ਦਾ ਹਿਰਦਾ ਬਲੂੰਦਰਾ ਗਿਆ। ਜਿਹੜੇ ਧਰਮੀ ਫੌਜੀ ਇਹਨਾਂ ਨੂੰ ਕਿਹਾ ਜਾਂਦਾ ਬਗਾਵਤ ਕੀਤੀ, ਉਹਨਾਂ ਦਾ ਵੀ ਬੜੇ ਇਮੋਸ਼ਨਲ ਸੀ, ਬੜੇ ਅੰਦਰੋਂ ਅੰਦਰੀ ਬਲੂੰਦਰੇ ਗਏ ਸੀ ਤਾਂ ਬਗਾਵਤ ਕੀਤੀ। ਤੁਹਾਡੇ ਮਨ 'ਚ ਨਹੀਂ ਆਇਆ? ਕਿਉਂਕਿ ਤੁਹਾਡੇ ਸਿਰ ਤੇ ਵੀ ਦੋ ਡਿਊਟੀਆਂ ਸੀ, ਇੱਕ ਧਰਮ ਨੂੰ ਲੈ ਕੇ, ਦੂਜਾ ਆਪਣੇ ਮੁਲਕ ਆਪਣੀ ਫੌਜ ਦੇ ਨਾਲ ਵਫਾਦਾਰੀ ਨੂੰ ਲੈ ਕੇ। ਕੀ ਚੱਲ ਰਿਹਾ ਸੀ ਮਨ 'ਚ? ਤੁਹਾਡੇ ਮਨ ਦਾ ਵੀ ਜ਼ਿਕਰ ਕਰੋ। ਮੈਂ ਆਪਣੇ ਸੂਬੇ ਦਾ ਮੇਜਰ, ਆਪਣੇ ਗ੍ਰੰਥੀ, ਆਪਣੇ ਹੋਰ ਜਿਹੜੇ ਮੇਰੇ ਨਾਲ ਪਾਠ ਕਰਦੇ ਸੀ, ਉਹਨੂੰ ਲੈ ਕੇ ਗੁਰਦੁਆਰੇ 'ਚ ਗਿਆ, ਅਰਦਾਸ ਕੀਤੀ ਪਰਮਾਤਮਾ ਦੇ ਅੱਗੇ, ਗੁਰੂ ਸਾਹਿਬ ਦੇ ਅੱਗੇ ਕਿ ਸਮਤ ਬਖਸ਼ੋ ਉਹ ਸਾਡੀ ਕੌਮ ਨੂੰ। ਸਾਡੀ ਕੌਮ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ। ਮੈਂ ਸਿਰਫ ਫੌਜ ਦੀ ਗੱਲ ਨਹੀਂ ਕੀਤਾ, ਫੌਜ ਨੇ ਵੀ ਦਿੱਤੀ ਆਜ਼ਾਦੀ ਦੇ ਟਾਈਮ ਤੇ, ਔਰ ਆਜ਼ਾਦੀ ਤੋਂ ਬਾਅਦ ਤੁਰੰਤ ਬਾਅਦ ਜਨਰਲ ਹਰਬਖਸ਼ ਸਿੰਘ ਉਸਮੇ ਕਰਨਲ ਸੀਗੇ, ਜਿਹੜੀ ਪਹਿਲੀ ਦਫਾ ਸਿੱਖ ਪਲਟਨ, ਫਸਟ ਸਿੱਖ ਪਲਟਨ ਲੈ ਕੇ ਉੱਥੇ ਸ੍ਰੀਨਗਰ ਲੈਂਡ ਕੀਤਾ, ਜਦੋਂ ਕਿ ਧਾੜਵੀ ਉੱਥੇ ਤੱਕ ਪਹੁੰਚ ਸਕੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਤੇ ਆਖਰੀ ਤੱਕ ਦੇਖ ਲਓ, ਸਭ ਤੋਂ ਜ਼ਿਆਦਾ ਕੁਰਬਾਨੀਆਂ ਤੇ ਸਿੱਖ ਕੌਮ ਨੇ ਦਿੱਤੀਆਂ ਨੇ, ਸਭ ਤੋਂ ਜ਼ਿਆਦਾ ਕੁਰਬਾਨੀਆਂ ਤੇ ਫੌਜ 'ਚ ਵੀ ਦਿੱਤੀਆਂ ਨੇ। ਮਗਰ ਇਹਨਾਂ ਨੂੰ ਜ਼ਲੀਲ ਕੀਤਾ ਗਿਆ। ਇਹ 82 'ਚ ਨਹੀਂ ਹੋਇਆ, ਜਦੋਂ ਕਿ ਉਹ ਏਸ਼ੀਅਨ ਗੇਮਸ ਹਨ ਜਿਹੜੀਆਂ ਉੱਥੇ, ਉਦੋਂ ਜਾਂਦਿਆਂ ਨੂੰ ਅਫਸਰਾਂ ਨੂੰ, ਜਨਰਲ ਨੂੰ ਇੱਥੇ ਹਰਿਆਣਾ 'ਚ ਰੋਕ ਕੇ ਜ਼ਲੀਲ ਕੀਤਾ ਗਿਆ, ਉਹਨੂੰ ਤਲਾਸ਼ੀਆਂ ਲਈਆਂ ਗਈਆਂ। ਤਾਂ ਇੱਕ ਨਹੀਂ, ਬਹੁਤ ਸਾਰੀਆਂ ਘਟਨਾਵਾਂ। ਹਾਂ, ਉੱਥੇ ਹੋਰ ਦੱਸਾਂ ਤੁਹਾਨੂੰ, ਹਰਿਮੰਦਰ ਸਾਹਿਬ ਇਹ ਬ੍ਰਿਗੇਡੀਅਰ ਓਂਕਾਰ ਸਿੰਘ ਨੇ ਉਹ 'ਚ ਦਰਜ ਕੀਤਾ। ਉਹ ਕਹਿੰਦਾ ਹੈ ਕਿ ਇੱਕ ਤਕਰੀਬਨ 90 ਜਿਹੜੇ ਸੀਗੇ ਨੌਜਵਾਨ, ਉਹਨਾਂ ਨੂੰ ਪ੍ਰਕਰਮਾਂ ਦੇ ਉੱਤੇ ਬਿਠਾਇਆ ਦੁਪਹਿਰ ਦੇ ਟਾਈਮ ਤੇ ਬੜੀ ਉਦੋਂ ਤਪਸ਼ ਸੀਗੀ, ਤੇ ਉਹ ਡੰਗੇ ਸਿਰਫ ਕਸ਼ਹਿਰੇ ਪਹਿਨੇ ਹੋਏ ਸਨ, ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਸਨ। ਤੇ ਉਹਨੇ ਲਿਖਿਆ ਕਿਤਾਬ 'ਚ, ਤੇ ਮੇਰੇ ਇਹ ਲਿਖਿਆ ਉਹਨੇ, ਉਹ ਆਪਣੀ ਦੇਖਾ ਨਾ ਉਹਨੇ, ਤੇ ਕਿਉਂਕਿ ਉਹ ਉਸ ਡਿਵੀਜ਼ਨ 'ਚ ਸੀ ਜਿਹੜਾ, ਤੇ ਉਹਨੇ ਕਿਹਾ ਦੇਖਿਆ ਕਿ ਜਦੋਂ ਇੱਕ ਜਵਾਨ ਨੇ ਉਹ ਜਿਹੜਾ ਸੈਕੰਡ ਲੈਫਟੀਨੈਂਟ ਸੀ ਮਦਰਾਸ ਰੈਜੀਮੈਂਟ ਦਾ, ਉਹਨੇ ਕਿਹਾ ਥੱਲੇ ਦੇਖ, ਉਹਨੇ ਹੋਰ ਉੱਚਾ ਦੇਖਿਆ ਤੇ ਉਹਨੇ ਐਜ਼ ਪਰ ਦੀ ਕਿਤਾਬ ਜੋ ਲਿਖਿਆ, ਉਹਨੇ ਉਸ ਲੈਫਟੀਨੈਂਟ ਦੇ ਮੂੰਹ ਤੇ ਥੁੱਕਿਆ। ਉਸ ਲੈਫਟੀਨੈਂਟ ਨੇ ਉਹਨੂੰ ਗੋਲੀ ਨਾਲ ਮਾਰ ਕੇ ਉਹਦੇ ਸਰੀਰ ਨੂੰ, ਅਫਸੋਸ ਦੀ ਗੱਲ ਹੈ, ਸਰੋਵਰ 'ਚ ਸੁੱਟ ਦਿੱਤਾ। ਉਹ ਬੜੇ ਅਤਿਆਚਾਰ ਹੋਏ ਨੇ, ਬੜੇ ਜ਼ੁਲਮ ਹੋਏ ਨੇ। ਤੇ ਪਰ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਸੀ, ਤੇ ਮੈਂ ਗੁਰੂ ਮਹਾਰਾਜ ਗਏ ਉਹਨਾਂ ਦਾ, ਮੈਂ ਕਿਹਾ ਬਈ ਇਹ ਭਾਣਾ ਮੇਰੀ ਪਲਟਨ ਤਰ੍ਹਾਂ ਵਾਪਰੇ, ਤਾਂ ਕਿ ਮੈਨੂੰ ਪਤਾ ਕਿ ਇਸ ਤੋਂ ਬਾਅਦ ਕਿਸੇ ਨਹੀਂ ਪੁੱਛਣਾ, ਸਾਡੀ ਜ਼ਿੰਮੇਵਾਰੀ ਹੈ। ਮਗਰ ਮੈਂ ਤੁਹਾਨੂੰ ਦੱਸ ਚੁੱਕਿਆ, ਮੇਰੀ ਜ਼ਿੰਮੇਵਾਰੀ ਤੋਂ ਉੱਤੇ ਉੱਠ ਕੇ ਅਸੀਂ ਦੂਜੀ ਪਲਟਨ ਨੂੰ ਵੀ ਬਚਾਇਆ, ਕਿਉਂਕਿ ਇਹਦੇ ਵਿੱਚ ਨੁਕਸਾਨ ਸੀਗਾ ਉਹਨਾਂ ਜਵਾਨਾਂ ਦਾ। ਤੇ ਜੇ ਮੈਂ ਉਦੋਂ ਬਾਅਦ ਕਰਨ ਲਈ ਬਣਿਆ, ਉਦੋਂ ਬਾਅਦ ਸਿਲੈਕਸ਼ਨ ਹੋਈ, ਮੈਂ ਵੱਡੇ ਵੱਡੇ ਕੋਰਸ ਵੀ ਕੀਤੇ, ਕਿਉਂਕਿ GOC ਨੇ ਮੈਨੂੰ ਐਪਰੀਸ਼ੀਏਟ ਕੀਤਾ, ਸਾਰੇ CO ਦੇ ਸਾਹਮਣੇ 40-50 ਸੀ, ਸਾਰਿਆਂ ਦੇ ਸਾਹਮਣੇ, ਕਿ ਇਹਨੇ ਆਪਣੀ ਪਲਟਨ ਨੂੰ ਨਹੀਂ ਸੰਭਾਲਿਆ, ਦੂਜੀ ਨੂੰ ਵੀ ਸੰਭਾਲਿਆ। ਇਹ ਵੀ ਇੱਕ ਡਿਊਟੀ ਸੀਗੀ। ਹਾਂ, ਡਿਊਟੀ ਤਾਂ ਮੈਂ ਇਹ ਡਿਊਟੀ ਸਮਝ ਕੇ ਮੈਂ ਤੁਹਾਨੂੰ ਦੱਸ ਚੁੱਕਿਆ
अगर मेरी पलटन में दस चुकिया, अगर मेरी पलटन जब नुकिया ਹੁੰਦਾ ਮੈਂ ਤੇ ਸੀ ਹਰਮੰਦਰ ਜੀ। ਸਾਹਿਬ ਜਾਂਦਾ ਅਟੈਕ ਕਰਨ ਵਾਸਤੇ। ਕੱਲ ਸਾਹਿਬ ਕਿੰਨੀਆਂ ਉਦੋਂ ਪਲਟਨਾਂ ਨੇ ਜਾਂ ਰੈਜੀਮੈਂਟਾਂ ਨੇ ਬਗਾਵਤ ਕਰ ਦਿੱਤੀ ਸੀ ਉਦੋਂ ਜਦੋਂ ਇਹ ਮਾਹੌਲ ਸੀ? ਉਦੋਂ ਤੇ ਕਈ ਪਲਟਨਾਂ ਤੋਂ ਇਲਾਵਾ ਜਿੱਦਾਂ ਪੂਨਾ 'ਚ ਕਿਸੇ ਇੰਜੀਨੀਅਰ ਕਿਸੇ ਹੋਰ ਥੋੜ੍ਹੇ ਬਹੁਤੇ ਟਾਵੇਂ ਆ ਗਏ, ਪਰ ਮੇਨ ਤੋਂ ਜਿਹੜਾ ਸੈਂਟਰ ਸੀਗਾ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ, ਉੱਥੋਂ ਜ਼ਿਆਦਾ ਉਹ ਜਿਹੜਾ ਬ੍ਰਿਗੇਡੀਅਰ ਸੀਗਾ ਉਹਨੂੰ ਮਾਰ ਕੇ ਉਹ ਗੱਡੀ 'ਚ ਉਤਰਿਆ ਸੀਗਾ, ਪਰ ਉਹਦਾ ਕਹਿੰਦੇ ਨੇ ਕਸੂਰ ਨਹੀਂ ਸੀਗਾ, ਉਹ ਤੇ ਗਲਤੀ ਨਾਲ ਮਾਰਿਆ ਗਿਆ। ਉਦੋਂ ਫਿਰ ਜਿਹੜਾ ਡਿਪਟੀ ਕਮਾਂਡਰ ਸੀ ਉੱਥੋਂ ਲਾ ਕੇ ਨਾਲ ਇਹ ਭੱਜੇ ਬੜੀਆਂ ਗੱਡੀਆਂ 'ਚ, ਉੱਥੋਂ ਬੜੀ ਗਿਣਤੀ 'ਚ ਭੱਜੇ। ਕਈ ਰਿਕਰੂਟ ਵੀ ਸਾਰੇ ਵਿਚਾਰੇ ਨਵੇਂ ਸਨ, ਰਿਕਰੂਟ ਨੂੰ ਤਾਂ ਵਾਪਸ ਲੈ ਲਿਆ ਗਿਆ, ਮਗਰ ਜਿਹੜੇ ਫੌਜੀ ਜਿਹੜੇ ਕਿ ਪੈਨਸ਼ਨ ਪ੍ਰਾਪਤ ਕਰ ਸਕਣ, ਇਹ ਮੈਨੂੰ ਪਤਾ ਇੱਕ ਹਵਲਦਾਰ ਜਗਜੋਤ ਸਿੰਘ ਜੀ ਜਿਹੜਾ ਕਿ 50-60 ਜਿਹੜਾ ਕਿੱਧਰ ਨੂੰ ਧਰਮੀ ਫੌਜੀ, ਹੁਣ ਕਹਿੰਦੇ ਮਾੜੀ ਮੋਟੀ ਗ੍ਰਾਂਟ ਦੇ ਦੇਣੇ। ਇਹ ਤਾਂ ਮੈਂ ਡਾਇਰੈਕਟਰ ਸੀਗਾ ਉਦੋਂ 500 ਮਿਲਦੀ ਸੀ, ਉਦੋਂ 500-2500 ਕਰਵਾਈ ਬਾਲ ਸਾਹਿਬ ਨੂੰ ਕਹਿ ਕੇ ਬਈ ਇਹਨਾਂ ਨਾਲ ਧੱਕਾ ਹੋਇਆ ਕਿ ਇਹਨਾਂ ਨੌਕਰੀਆਂ ਮਿਲ ਗਈਆਂ, ਪਰ ਜਿਹੜੇ ਰਿਕਰੂਟ ਸਨ ਤੋਂ ਵਾਪਸ ਚਲੇ ਗਏ, ਉਹਨਾਂ ਤੇ ਲੈ ਲਿਆ, ਪਰ ਇਹਨਾਂ ਨੂੰ ਛੱਡਿਆ ਨਹੀਂ। ਜਿਹੜੇ ਭੱਜੇ ਸਨ, ਜਿਹੜੇ ਰਸਤੇ ਫੜੇ ਗਏ, ਕੁਝ ਮਾਰੇ ਗਏ, ਕੁਝ ਇੱਕ ਗੱਲ ਤੋਂ ਮੈਂ ਦੱਸ ਲਗਾ ਕੋਨੇ 15.5 ਸਾਲ ਨੌਕਰੀ ਕੀਤੀ, ਉਹਨੂੰ ਅੱਜ ਤੱਕ ਪੈਨਸ਼ਨ ਨਹੀਂ ਮਿਲੀ। ਹਵਲਦਾਰ ਜਗਜੋਤ ਸਿੰਘ 15.5 ਸਾਲ ਉਹ ਕੇਸ ਲੜ ਰਿਹਾ ਹਾਲੇ ਤੱਕ, ਕਿਉਂਕਿ ਦੋ ਕਾਨੂੰਨ ਨੇ। ਉਹ ਜਨਰਲ ਹਰਬਖਸ਼ ਨੇ ਜੋ ਕਿਹਾ, ਉਹ ਮੈਂ ਕੀ ਕਹਾਂ ਕਿ ਉਹਦੇ ਸੱਚ ਕਿਹਾ ਕਿ ਭਾਈ ਤੁਸੀਂ ਦੋ ਕਾਨੂੰਨ ਦਾ ਵੀ ਕਿ ਤੁਸੀਂ ਇੱਕ ਪਾਸੇ ਤੇ ਜਿਹੜੇ ਮੇਰੇ ਨਾਲ ਉਦੋਂ ਜਿਹੜੇ ਭਗੌੜੇ ਹੋਏ ਸੀ, ਮੈਂ ਕਿਹਾ ਸੀ ਉਹਨਾਂ ਨੂੰ ਤੇ ਵਾਪਸ ਲੈ ਲਿਆ, ਚਲੋ ਚੰਗੀ ਗੱਲ ਵਾਪਸ ਲੈ ਲਿਆ, ਪਰ ਇਹਨਾਂ ਦਾ ਕੀ ਇਹ ਆਏ ਉਦੋਂ ਕਿਉਂਕਿ ਇੱਕ ਉਹਨਾਂ ਦੀ ਆਸ ਸਾਨੂੰ ਠੇਸ ਪਹੁੰਚੀ ਸੀ, ਉਹ ਨਹੀਂ ਹੋਇਆ। ਸੋ ਕੱਲ ਸਾਹਿਬ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਜਦੋਂ ਉਹ ਪਲਟਨ ਬਾਗੀ ਹੋਈ ਸੀ ਜਿਨ੍ਹਾਂ ਨੂੰ ਕੰਟਰੋਲ ਕਰਨ ਦੀ ਤੁਹਾਡੀ ਡਿਊਟੀ ਲੱਗੀ ਸੀ, ਤੇ ਉਹ ਕਿੱਥੇ ਦੇ ਰਹਿਣ ਵਾਲੇ ਤੇ ਨਾ ਡਿਊਟੀ ਡਾਟੀ ਕੋਈ ਨਹੀਂ ਸੀ ਲੱਗੀ, ਮੈਂ ਆਪਣੇ ਆਪ ਨਾਲ ਉੱਥੇ ਜਾ ਕੇ ਆਪਣਾ ਯੋਗਦਾਨ ਪਾਇਆ, ਮੈਨੂੰ ਕਿਸੇ ਨੇ ਕਿਹਾ ਨਹੀਂ ਸੀਗਾ, ਮੈਂ ਤੇ ਆਪਣੇ ਬਲਬੂਤੇ ਤੇ ਆਪਣੀ ਇਹ ਸਮਝਿਆ ਕਿ ਇਹਨਾਂ ਦਾ ਨੁਕਸਾਨ ਨਾ ਹੋ ਜਾਏ। ਉਹ ਅਲੱਗ-ਅਲੱਗ ਇਲਾਕਿਆਂ ਦੇ ਸੀਗੇ, ਪਰ ਜ਼ਿਆਦਾਤਰ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਕਿਉਂਕਿ ਜਿਹੜਾ ਮਾਝਾ ਨਾ ਇਹਨਾਂ ਦੀ ਜ਼ਿਆਦਾ ਅਟੈਚਮੈਂਟ ਗੁਰੂ ਧਾਮਾਂ ਨਾਲ, ਜਿਹੜਾ ਮਾਝਾ ਤੇ ਜ਼ਿਆਦਾਤਰ ਇੱਥੋਂ ਸੀ। ਅੱਜ ਜਿਹੜਾ ਮੈਂ ਲੈ ਲਿਆ ਜਗਜੋਤ ਸਿੰਘ, ਇਹ ਉਸੇ ਮੇਰੇ ਇਲਾਕੇ ਦਾ ਹੀ ਹੈ, ਠੀਕ ਹੈ ਨਾ। ਜਿਹਦੀ ਜਾਂਦੇ ਕੋਈ ਹੋਰ ਗੱਲ ਦਾ ਕੋਈ ਜ਼ਿਕਰ ਕਰਨਾ ਚਾਹੁੰਦੇ ਹੋ? ਸਮਾਂ ਆਪਣੇ ਨਾਲ ਬੜਾ ਘੱਟ ਰਹਿ ਗਿਆ, ਕੋਈ ਹੋਰ ਗੱਲ ਰਹਿ ਗਈ ਹੋਵੇ ਦੱਸ ਦਿਓ ਦਰਸ਼ਕਾਂ ਨੂੰ। ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਭਾਈ ਦੇਖੋ, ਕਿਉਂਕਿ ਉਦੋਂ ਬਾਅਦ ਜਿਹੜੀ ਘਟਨਾ ਵਾਪਰੀ, ਦੁਰਘਟਨਾ ਜਿਹੜੀ ਵਾਪਰੀ ਕਿ ਫੌਜੀਆਂ ਨੂੰ ਜਿਹੜੇ ਟਰੈਵਲ ਕਰ ਰਹੇ ਸੀ 31 ਅਕਤੂਬਰ ਤੋਂ ਬਾਅਦ, ਉਹਨਾਂ ਨੂੰ ਗੱਡੀਆਂ ਜਿਹੜੇ ਕਿ ਕਿਤੇ ਕੋਈ ਪੋਸਟਿੰਗ ਜਾ ਰਿਹਾ, ਕਿਤੇ ਕੋਈ ਕੋਰਸ ਵਾ ਜਾ ਰਿਹਾ, ਕਿਤੇ ਡਿਊਟੀ ਜਾ ਰਿਹਾ, ਉਹਨਾਂ ਨੂੰ ਗੱਡੀਆਂ 'ਚ ਕੱਢ ਕੇ ਮਾਰਿਆ ਗਿਆ। ਉਹਨਾਂ ਨੂੰ ਉਹਨਾਂ ਦੇ ਵੇਰਵੇ ਕਈਆਂ ਨਹੀਂ ਮਿਲਦੇ। ਮੇਰੇ ਕੋਲ 2 ਫਾਈਲਾਂ ਨੇ RTI ਥੱਲੇ। ਮੈਂ ਕਰਨੈਲ ਸਿੰਘ ਪੀਰ ਮੁਹੰਮਦ ਜਿਹਨੇ ਕਿ ਬੜੀ ਵੱਡੀ ਯੋਗਦਾਨ ਪਾਇਆ, ਤੇ ਇੱਕ ਫੌਜੀ ਨੂੰ ਸੀ ਲੱਭਿਆ, ਗੁਰਦਾਸਪੁਰ ਹੀ ਸੀਗਾ, ਇੱਥੇ ਹਰਿਆਣੇ ਜਾ ਕੇ ਉਹ ਲੱਭਦਾ ਨਹੀਂ ਸੀਗਾ, ਤੇ ਉਹ ਕੋਰਟ ਨੇ ਉਹਨੂੰ ਉਹਦੇ ਪਰਿਵਾਰ ਨੂੰ ਦਿੱਤੇ ਵੀ ਆਪਣਾ ਜਿਹੜਾ ਕਿ ਉਹਨੂੰ ਹਰਜਾਨਾ ਮਿਲਿਆ। ਪਰ ਮੈਂ ਕਹਿਣਾ ਚਾਹੁੰਦਾ ਕਿ ਇਹ ਕੁਛ ਸਾਡੀਆਂ ਸਰਕਾਰਾਂ ਨੂੰ ਕਿ ਇੱਕ ਕੌਮੀ ਜਜ਼ਬੇ ਵਾਲੇ ਫੌਜੀ, ਇੱਕ ਕੌਮ ਦੇ ਰਖਵਾਲੇ, ਇੱਕ ਰਾਸ਼ਟਰਵਾਦ ਦੇ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਇਸ ਕਮੇ ਨਾਲ, ਇਸ ਕਿਸਮ ਦਾ ਨਾਲ ਜ਼ਲੀਲ ਕਰਨਾ, ਉਹਨਾਂ ਨੂੰ ਬੰਦਾ ਮਾਨ ਸਨਮਾਨ ਨਾ ਦੇਣਾ। ਔਰ ਜਨਰਲ ਬਖਸ਼ ਸਿੰਘ ਨੇ ਮਿਲਿਆ, ਹੋਰ ਬੜੇ ਨੇ ਬਾਅਦ 'ਚ, ਠੀਕ ਹੈ, ਚੀਫ ਬਣਿਆ ਸਿੱਖ, ਉਹ ਵਾਰਦਾਤ ਨਾ ਹੋਏ ਤੇ ਸਾਨੂੰ ਬਾਕੀ ਸਟੇਟਾਂ 'ਚ ਵੀ ਜਿਹੜੇ ਰਹਿ ਰਹੇ ਨੇ, ਤੁਸੀਂ ਕਹਿ ਰਹੇ ਕਿ ਤੁਸੀਂ ਬਗਾਵਤ ਕੀਤੀ, ਕਿ ਸਾਨੂੰ ਉਹਨਾਂ ਦੇ ਵੀ ਚਿੰਤਾ ਸੀ ਕਿ ਉਹਨਾਂ ਨਾਲ ਕੋਈ ਨੁਕਸਾਨ ਨਾ ਹੋਏ, ਮਗਰ ਉਹਨਾਂ ਨੂੰ ਵੀ ਹੋਇਆ, ਉਹਨਾਂ ਦਾ ਵੀ ਕੀਤਾ, ਉਹਨਾਂ ਜਿਹੜੇ ਕਿ ਭੱਜੇ ਨਹੀਂ ਵੀ ਸਨ। ਇਸ ਵਾਸਤੇ ਮੇਰਾ ਤਾਂ ਇਹੋ ਹੀ ਹੈ ਭਾਰਤ ਸਰਕਾਰ ਨੂੰ ਕਿ ਇਹਦੇ ਆਪਣੇ ਕਾਨੂੰਨ ਨਿਯਮਾਵਲੀ ਨੂੰ ਦਰੁਸਤ ਕਰੋ। ਦੋ ਕਿਸਮ ਦੇ ਕਾਨੂੰਨ ਨਹੀਂ ਹੋਣੇ ਚਾਹੀਦੇ, ਇੱਕ ਕੌਮ ਨਾਲ ਸੰਬੰਧਿਤ, ਇੱਕ ਜੇ ਸਿੱਖਾਂ ਗੱਲ ਹੀ ਸਿੱਖਾਂ ਦੀ ਹੋ ਰਹੀ। ਕੱਲ੍ਹ ਸਾਹਿਬ ਮੇਰੇ ਦਿਮਾਗ 'ਚ ਇੱਕ ਸਵਾਲ ਹੋਰ ਆਇਆ, ਇੱਕ ਰੈਫਰੈਂਸ ਲਾਇਬ੍ਰੇਰੀ ਸੀ ਜਿਹੜੀ ਹਰਿਮੰਦਰ ਸਾਹਿਬ ਦੀ ਸੀ, ਫੌਜ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਸਾਰਾ ਰਿਕਾਰਡ ਫੌਜ ਨਾਲ ਚੱਕ ਕੇ ਲੈ ਗਈ। ਤੁਹਾਡੇ ਧਿਆਨ 'ਚ ਹੈ ਕੋਈ ਗੱਲਬਾਤ ਇਸ ਤਰ੍ਹਾਂ ਦੀ ਬਾਰੇ? ਤੁਹਾਡੇ ਯੈਸ ਇਹਦੇ ਬਾਰੇ ਅੱਜ ਤੱਕ ਵੀ ਵਿਵਾਦ ਹੈਗਾ ਵੀ ਉਹਦਾ ਰਿਕਾਰਡ ਸੀ ਧਰਮ ਨਾਲ ਜੁੜਿਆ ਹੋਇਆ ਸੀ। ਉਹ ਹੈਗਾ ਕਿ ਇਸੇ ਕਰਨਲ ਓਂਕਾਰ ਸਿੰਘ ਇਹਨੇ ਉਹ 'ਚ ਜ਼ਿਕਰ ਕੀਤਾ, ਮਗਰ ਉਹਨੂੰ ਉਹ ਗਾਇਬ ਤੇ ਹੋ ਗਏ ਉੱਥੋਂ ਬਹੁਤ ਸਾਰੇ, ਹੋਰ ਹੀ ਬੜਾ ਨੁਕਸਾਨ ਹੋਇਆ, ਮਗਰ ਉਹਨੂੰ ਵੀ ਇਸ ਬਾਰੇ ਉਹਨੇ ਕੋਈ ਸਪਸ਼ਟ ਤੌਰ 'ਤੇ ਨਹੀਂ ਲਿਖਿਆ। ਉਹਨੇ ਬਹੁਤ ਕੁਝ ਲਿਖਿਆ ਪਰ ਇਹ ਤੇ ਸਪਸ਼ਟ ਤੌਰ 'ਤੇ ਨਹੀਂ ਲਿਖਿਆ। ਪਰ ਇਹ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਜਿਨ੍ਹਾਂ ਦੀਆਂ ਕਿ ਉੱਥੇ ਜਿਹੜੇ ਕਿ ਉੱਥੇ ਮਿਊਜ਼ੀਅਮ 'ਚ ਵੀ ਬੜੇ ਵੱਡੇ ਜਿਨ੍ਹਾਂ ਨੂੰ ਸਨਮਾਨ ਕੇ ਫੋਟੋ ਸਨ ਜਿੱਥੇ ਉੱਥੇ ਹੋਇਆ, ਗੋਲਡਨ ਟੈਂਪਲ ਗੇਟ ਨੂੰ ਵੀ ਨੁਕਸਾਨ ਪਹੁੰਚਿਆ। ਜੇ ਸਭ ਤੋਂ ਵੱਡੀ ਸਾਡੀ ਜਿਹੜੀ ਸਭ ਤੋਂ ਵੱਡੀ ਸਾਡੀ ਦੇਖੋ
ਜਿਹਦੇ ਵਾਸਤੇ ਸਾਡਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਜੀ ਮਾਣਿਓ ਸਾਡਾ ਗੁਰੂ ਹੈ। ਔਰ ਸੁਪਰੀਮ ਕੋਰਟ ਨੇ ਵੀ ਕਾਫੀ ਸਾਲ ਪਹਿਲਾਂ ਦਿੱਤਾ ਸੀ, ਹਾਲੇ ਕਿ ਸਾਨੂੰ ਮਾਨਤਾ ਦੀ ਲੋੜ ਨਹੀਂ ਕਿ ਸਾਡਾ ਗੁਰੂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਗਏ ਸੀ ਗੁਰੂ ਗ੍ਰੰਥ ਜੀ ਮਾਣਿਓ ਪ੍ਰਗਟ ਗੁਰਾਂ ਕੀ ਤੇ, ਇਸ ਵਾਸਤੇ ਉੱਥੇ ਵੀ ਗੋਲੀਆਂ ਲੱਗੀਆਂ। ਅਕਾਲ ਤਖਤ ਨੂੰ ਢਾਇਆ, ਫਿਰ ਇਹਨਾਂ ਨੇ ਆਪਣੇ ਚਹੇਤੇ ਲਾ ਕੇ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ, ਮਗਰ ਉਹ ਮਨਜ਼ੂਰ ਨਹੀਂ ਸੀ। ਕਦੇ ਉਸ ਫੌਜੀਆਂ ਦੇ ਨਾਲ ਤੁਹਾਡੀ ਕਦੇ ਮੁਲਾਕਾਤ ਹੋਈ ਹੈ ਜਿਹੜੇ ਇਸ ਆਪਰੇਸ਼ਨ ਦੇ ਵਿੱਚ ਹਰਮੰਦਰ ਸਾਹਿਬ ਗਏ ਸੀ, ਜਾਂ ਉਹਨਾਂ ਦੇ ਮਨ ਦੇ ਵਿੱਚ ਕਦੇ ਰਹਿਮ ਜਾਂ ਉਹਨਾਂ ਨੇ ਗਲਤੀ ਫੀਲ ਕੀਤੀ ਹੋਵੇ ਵੀ ਬਹੁਤ ਵੱਡਾ ਗੁਨਾਹ ਹੋ ਗਿਆ ਸਾਥੋਂ? ਬੇਸ਼ੱਕ ਉਹਨਾਂ ਦੀ ਡਿਊਟੀ ਨਿਭਾਈ ਉਹਨਾਂ ਨੇ ਫੌਜ ਦੀ। ਦੱਸਣਾ ਜਿਹੜੇ ਬਾਅਦ ਧਰਮੀ ਫੌਜੀ ਕੋਈ 2-2.5 ਹਜ਼ਾਰ, ਜੋ ਮੈਂ ਡਾਇਰੈਕਟਰ ਸੀਗਾ ਸੈਨਿਕ ਭਲਾਈ ਪੰਜਾਬ, ਤੇ ਉਦੋਂ ਮੈਨੂੰ ਮੇਰੀ ਮੁਲਾਕਾਤ ਹੋਈ ਤੇ ਕਈ ਤੇ ਪਹੁੰਚ ਹੀ ਨਹੀਂ ਪਾਏ, ਬਹੁਤ ਸਾਰੇ ਪਹੁੰਚ ਹੀ ਨਹੀਂ ਪਾਏ। ਕਈ ਕਹਿਣ ਲੱਗੇ ਮੇਰੇ ਆਪਣੀ ਯੂਨਿਟ ਦੇ ਜਿਹੜੇ ਛੁੱਟੀ ਆਏ ਸੀਗੇ, ਉਹ ਕਹਿੰਦੇ ਸਾਨੂੰ ਛੁੱਟੀ ਤੋਂ ਫੜ ਕੇ, ਅਸੀਂ ਦੱਸਿਆ ਹੀ ਛੁੱਟੀ ਆਏ ਆ, ਸਾਨੂੰ ਫੜ ਕੇ ਡੈੱਡ ਬੋਡੀ ਚੁਕਾਉਣ ਵਾਸਤੇ ਉੱਥੋਂ ਸਾਨੂੰ ਇਸਤੇਮਾਲ ਕੀਤਾ ਗਿਆ। ਮੈਨੂੰ ਇਹ ਅਸੀਂ ਇੰਟਰਵਿਊ ਲੈਂਦੇ ਸੀ ਤਾਂ ਕਿ ਕੋਈ ਪ੍ਰਭਾਵ ਨਾ ਪਏ, ਗਲਤ ਪ੍ਰਭਾਵ ਨਾ ਜਾਏ ਮੇਰੀ ਯੂਨਿਟ 'ਤੇ। ਜਿਹੜੇ ਬੰਦੇ ਛੁੱਟੀ ਆਏ ਨੇ ਉਹਨਾਂ ਦੀ ਬਾਅਦ ਇੰਟਰਵਿਊ, ਤੇ ਉਹ ਉਹਨਾਂ ਨਾਲ ਮੇਰੀ ਗੱਲਬਾਤ ਇਸ ਕਰਕੇ ਹੋਈ। ਇਸ ਵਾਸਤੇ ਜਿਹੜੇ ਆਏ ਸੀ ਉਹਦੇ ਹਥਿਆਰ ਤੇ ਖੋਲ੍ਹੇ ਗਏ, ਹੈਲੀਕਾਪਟਰ ਲਾ ਕੇ ਉਹਨਾਂ ਨੂੰ ਕੈਦ ਕਰ ਲਿਆ ਗਿਆ ਜਿਹੜੇ ਬੱਚੇ ਸੀਗੇ। ਇਸ ਵਾਸਤੇ ਉਹ ਤੇ ਹਿੱਸਾ ਨਹੀਂ ਲੈ ਸਕੇ, ਮਗਰ ਉਹਨਾਂ ਦੇ ਖਿਲਾਫ ਕਾਰਵਾਈਆਂ ਜ਼ਰੂਰ ਹੋਈਆਂ। ਮੈਂ ਸਮਝਦਾ ਕਿ ਇਹ ਹੁਣ ਇਹ ਸਾਰੀ ਐਕਚੁਅਲੀ ਸਮਾਜ ਨੂੰ ਇਹ ਤੋਂ ਸਬਕ ਲੈਣਾ ਚਾਹੀਦਾ ਕਿ ਇਸ ਕਿਸਮ ਦੀ ਕੋਈ, ਦੇਖੋ ਫੌਜ ਧਰਮ ਨਿਰਪੱਖਤਾ ਵਾਲੀ ਅਸੀਂ ਰਹੇ ਹਾਂ। ਮੈਂ ਸਿੱਖ ਰਹੀ ਕਿ ਫਿਰ ਮੈਂ ਇੱਕ ਮਲਟੀ ਬੈਰਲ ਰੌਕਟ ਬੈਂਚ ਜਿਹਦਾ ਗੱਲ ਕਰਦਾ, ਜਿਹਦੇ ਮੈਂ ਉਹ 'ਚ ਹਿੰਦੂ ਸਿੱਖ ਮੁਸਲਮਾਨ ਹੁਣ ਤੇ ਮੰਡੀਆਂ ਪਾਉਣ ਵਾਲੀ ਗੱਲ ਕਰ ਰਹੇ ਨੇ। ਨਹੀਂ ਜਿਹੜੇ ਮੈਂ ਤੁਹਾਡੀ ਇੱਕ ਦੁਬਾਰੇ ਫਿਰ ਜ਼ਿਕਰ ਕਰਦਾ ਸਵਾਲ ਦਾ, ਜਿਹੜੇ ਫੌਜੀ ਉੱਥੇ ਅਟੈਕ ਕਰਨ ਗਏ ਸੀ ਨਾ, ਡਿਊਟੀ ਲੱਗੀ, ਉਹਨਾਂ ਫੌਜੀਆਂ ਦੇ ਨਾਲ ਕਦੇ ਮੁਲਾਕਾਤ ਹੋਈ ਕਿਸੇ ਨਾਲ, ਕਿਸੇ ਅਫਸਰ ਨਾਲ ਜਿਹਨੇ ਨੂੰ ਫੀਲ ਹੋ ਰਿਹਾ ਹੋਵੇ, ਗਲਤੀ ਦਾ ਅਹਿਸਾਸ ਹੋ ਰਿਹਾ ਹੋਵੇ? ਦੇਖੋ ਮੈਂ ਕਿਉਂਕਿ ਡਿਊਟੀ ਤਾਂ ਹੈਗੀ ਸੀ ਉਹਨਾਂ ਦੀ ਫੌਜ ਪ੍ਰਤੀ। ਮੈਂ ਕਹਿੰਦਾ ਕਿ ਹਾਂ ਕਈਆਂ ਨੂੰ ਮਿਲੇ ਵੀ ਤੇ ਕਈ ਤੇ ਇਨਕਾਰ ਕਰ ਗਏ ਸੀ। ਮੈਂ ਤੁਹਾਨੂੰ ਬ੍ਰਿਗੇਡੀਅਰ ਓਮਕਾਰ ਸਿੰਘ ਦੀ ਗੱਲ ਕੀਤੀ ਹੈ ਕਿ ਉਹ ਉੱਥੇ ਸੀਗਾ ਸਭ ਤੋਂ ਵੱਡਾ, ਜਿਹਨੇ ਕਿ ਸਾਰਾ ਇੱਕ ਇੱਕ ਚੀਜ਼ ਦਾ ਪਤਾ, ਉਹਨੇ ਕਿਤਾਬ ਵੀ ਲਿਖੀ ਹੈ। ਦੇਖੋ ਉਹ ਕਹਿੰਦਾ ਕਿ ਫਿਰ ਮੈਂ ਡਿਊਟੀ ਦੇ ਤੌਰ 'ਤੇ ਆਪਣੀ ਡਿਊਟੀ ਤੇ ਕਰਨੀ ਪਈ, ਪਰ ਮੈਂ ਅਟੈਕ 'ਚ ਸ਼ਾਮਿਲ ਨਹੀਂ ਸੀ। ਉਹਨੇ ਐਜ਼ ਏ ਕਰਨਲ ਐਡਮਿਨਿਸਟ੍ਰੇਸ਼ਨ ਬੰਦੋਬਸਤ ਕਰਨਾ, ਜੇ ਜਾਂ ਜਿਸ ਤਰ੍ਹਾਂ ਉਹਨੂੰ ਹੁਕਮ ਮਿਲ ਗਿਆ ਕਿ ਤੁਸੀਂ ਆ ਬੋਡੀਜ਼ ਦਾ ਸੰਸਕਾਰ ਕਰਨਾ, ਤੇ ਉਹ ਜਾਂ ਹੋਰ ਕੁਝ ਜਾਂ ਹਮਲੇ ਸ਼ਾਮਿਲ ਹੋ ਗਏ ਤੇ ਦਿਲ ਤੇ ਬਹੁਤ ਗੁਜ਼ਰੀ ਹੋਵੇਗੀ ਜ਼ਰੂਰ। ਖਾਸ ਤੌਰ 'ਤੇ ਉਹਨਾਂ ਲਾਈਆਂ ਪਲਟਣਾ ਸੀ। ਮੈਂ ਬਰਾਸ ਰਾਜਮੰਡ ਦੀ ਗੱਲ ਕਰ ਚੁੱਕਿਆ। ਤੇ ਇਸ ਇੱਕ ਲਾਸਟ ਸਵਾਲ ਹੈ, ਉਸ ਸਮੇਂ ਦੀ ਹਕੂਮਤ ਇੰਦਰਾ ਗਾਂਧੀ ਦੇ ਵੱਲੋਂ ਵੀ ਤੁਹਾਨੂੰ ਕੋਈ ਹੁਕਮ ਆਉਂਦੇ ਰਹੇ ਨੇ ਤੁਸੀਂ ਸਟੈਂਡ ਬਾਏ ਰਹੋ ਜਾਂ ਤੁਸੀਂ ਤਿਆਰ ਰਹੋ, ਤੁਹਾਨੂੰ ਵੀ ਜਾਣਾ ਪੈ ਸਕਦਾ? ਕੋਈ ਹੁਕਮ ਆਉਂਦਾ ਜੀ ਸਰਕਾਰ ਵੱਲੋਂ ਫੌਜ ਨੂੰ ਉਸ ਸਮੇਂ, ਕਿਉਂਕਿ ਹਾਲਾਤ ਇਸ ਸਮੇਂ ਮੈਂ ਦੱਸਣਾ, ਕੋਈ ਕਹਿੰਦੇ ਨੇ ਕਿ 1 ਜੂਨ ਨੂੰ ਜਾਂ ਸ਼ਾਇਦ ਮਈ ਦੇ ਐਂਡ 'ਚ ਉਹਦੇ ਵੱਲੋਂ ਕੌਮ ਦੇ ਨਾਲ ਸੰਦੇਸ਼ ਦਿੱਤਾ ਗਿਆ, ਜਿਸ 'ਚ ਉਹਨੇ ਬਲੂ ਸਟਾਰ ਦੀ ਗੱਲ ਹੀ ਨਹੀਂ ਕੀਤੀ, ਸਾਖਾ ਨੀਲਾ ਤਰ ਕਿ ਇਹ ਕੁਛ ਹੋਣ ਵਾਲਾ। ਇਹ ਤਾਂ ਦੱਸਿਆ ਨਹੀਂ ਗਿਆ। ਇਹ ਤੇ ਜਿਹੜੇ ਸਿੱਖ ਫੌਜੀ ਅਫਸਰ ਉਸ ਡਿਵੀਜ਼ਨ 'ਚ ਸੀਗੇ, ਉਹਨਾਂ ਨੂੰ ਕਈ ਚੀਜ਼ਾਂ ਪਤਾ ਲੱਗਦਾ, ਗੋਲ ਮੋਲ ਕਰਕੇ ਉਹਨਾਂ ਨੂੰ ਕੰਡੀਸ਼ਨ ਆਉਣੇ ਦਿੱਤਾ। ਇਹ ਕਰਨਲ ਬ੍ਰਿਗੇਡੀਅਰ ਓਮਕਾਰ ਨਾਲ ਉਹਨੇ ਆਪਣੀ ਕਿਤਾਬ 'ਚ ਵੀ ਲਿਖਿਆ। ਉਹਨਾਂ ਪਾਸੇ ਕਰਕੇ ਕਾਨਫਰੰਸ ਹੁੰਦੀ ਸੀ ਨਾ, ਜਦੋਂ ਕਿ ਆਪਰੇਸ਼ਨ ਕਾਨਫਰੰਸ, ਉਹ 'ਚ ਨਹੀਂ ਆਉਣ ਦਿੱਤਾ ਗਿਆ। ਇਹਨਾਂ ਨੂੰ ਲਾਂਭੇ ਰੱਖਿਆ ਗਿਆ। ਇਹ ਸਿਰਫ ਫੌਜੀ ਨਹੀਂ, ਬਾਕੀ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ, ਬਾਕੀ ਇੰਜੀਨੀਅਰ ਸੀ, ਜੋ ਕੁਝ ਉਹਨਾਂ ਵਾਪਰਿਆ। ਫਿਰ ਤੁਹਾਡੀ ਇੰਟਰਵਿਊ ਲੰਮੀ ਹੋ ਜਾਣੀ, ਤੇ ਉਹਨਾਂ ਨੂੰ ਵੀ ਜਲੀਲ ਕੀਤਾ ਗਿਆ। ਫੌਜ ਦੇ ਵਿੱਚ ਤੇ ਛੱਡ ਹੀ ਦਿਓ, ਕਿਉਂਕਿ ਉਹ ਸਿੱਖ ਸੀ। ਇਹ ਯੋਜਨਾ ਹੈ ਕਿਹਦੀ ਸੀ? ਸਾਰੀ ਪਲੈਨਿੰਗ ਹੈ ਕਿਹਦੀ ਸੀ ਬਣਾਈ? ਭਾਜੀ ਇਹ ਤੇ ਫੌਜ ਨੇ ਬਣਾਈ ਸੀ। ਆਰਮੀ ਦੇਖੋ ਇੱਥੇ ਵੈਸਟਰਨ ਕਮਾਂਡ ਬਣੀ ਗੱਲ ਤੇ ਉੱਥੇ ਸੁੰਦਰ ਜੀ ਨੇ ਗੱਲ ਤੇ ਉੱਥੇ ਜਦੋਂ ਹੁਕਮ ਦਿੱਤਾ, ਸਰਕਾਰ ਨੇ ਦੇਣਾ ਸੀ। ਉਹਦੇ 'ਚ ਭਾਵੇਂ ਜੋ ਮਰਜ਼ੀ ਕਹੀ ਜਾਣ ਕਿ ਸਿਆਸੀ ਨੇਤਾ ਵੀ ਸ਼ਾਮਿਲ, ਉਹਨਾਂ ਨੇ ਕਿਹਾ ਸੀ ਆਹ ਕਰੋ ਉਹ ਕਰੋ, ਪਰ ਅਖੀਰ ਤੇ ਫੈਸਲਾ ਜਿਹੜਾ ਸੀ ਉਹ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਿਆ। ਉਹਦੇ ਤੋਂ ਬਗੈਰ ਕੈਬਨਿਟ ਨੇ ਲਿਆ, ਤੇ ਫਿਰ ਉਹਦੇ ਆਧਾਰ 'ਤੇ ਫਿਰ ਫੌਜ ਨੂੰ ਹੁਕਮ ਦਿੱਤਾ ਗਿਆ। ਜਦੋਂ ਫੌਜ ਨੂੰ ਹੁਕਮ ਦਿੱਤਾ ਗਿਆ, ਤੇ ਭਾਵੇਂ ਉਹਦੇ ਇੱਥੇ ਚੀਫ ਆਫ ਸਟਾਫ ਜਨਰਲ ਰਣਜੀਤ ਸਿੰਘ ਦਿਆਲ ਸੀ, ਜਿਹਨੂੰ ਕਿ ਬਹੁਤ ਵੱਡੇ ਮਾਨ ਸਨਮਾਨ ਮਾਂ ਵੀ ਚੱਕਰ ਮਿਲਿਆ ਸੀ 65 ਦੀ ਜੰਗ, ਉਹਨੂੰ ਤੇ ਉਹ ਤੇ ਇੱਦਾਂ ਹੋਇਆ ਕਿ ਉਹਦੇ ਭੋਗ 'ਤੇ ਜਦੋਂ ਪੂਰਾ ਹੋ ਗਿਆ ਤੇ ਕੋਈ ਪਾਠ ਕਰਨ ਵਾਸਤੇ ਤਿਆਰ ਨਹੀਂ ਸੀ ਇੱਥੇ। ਬਿਲਕੁਲ। ਲਾਸਟ ਸਵਾਲ ਇਹ ਹੈ ਕਿ ਪੰਜਾਬ ਦੇ ਜਿਹੜੇ ਲੀਡਰ ਨੇ ਕਿੰਨਾ ਜ਼ਿੰਮੇਵਾਰ ਮੰਨਦੇ ਹੋ ਇਸ ਘਟਨਾ ਦੇ ਲਈ? ਪੰਜਾਬ ਦੇ ਲੀਡਰ ਜਿਹੜੇ ਨੇ ਨਾ, ਜਿਹੜੇ ਵੀ ਸੀਗੇ, ਧਾਰਮਿਕ ਨੇਤਾ ਹੋਣ ਜਾਂ ਪੋਲੀਟੀਕਲ ਨੇਤਾ, ਇਹਨਾਂ ਨੇ ਪਹਿਲੋਂ ਇਨਕਰੇਜਮੈਂਟ, ਜਾਂ ਇਹਨਾਂ ਪਤਾ ਕੀ ਹੋ ਰਿਹਾ ਸੀ, ਜੇ ਇਹ ਚਾਹੁੰਦੇ ਤੇ ਉਸੇ ਸਮੇਂ ਕੋਈ ਕਾਰਵਾਈ ਕਰ ਸਕਦੇ। ਕਾਰਵਾਈ ਕੀ ਕਿ ਹਥਿਆਰ ਲੈ ਕੇ ਨਾ ਜਾਓ ਉੱਥੇ, ਮਤਲਬ ਜੋ ਵੀ ਹੈ। ਸੰਤਾਂ ਦਾ ਦੇਖੋ, ਉਹਨਾਂ ਨੇ ਤੇ ਨਿਰੰਕਾਰੀ
ਨਿਕਾਰੀਆਂ ਨਾਲ ਵੀ ਜੋ ਹੋਇਆ ਸੀ ਤੇ ਉਹਨਾਂ ਦੇ ਮਨ ਸਿੱਖ ਕੌਮ ਵਾਸਤੇ ਬੜੀ ਦਰਦ ਕਿ ਇਹ ਕਿਉਂ ਹੋਇਆ। ਤੇ ਉਹ ਤੇ ਦੇਖੋ ਉਹ ਤੇ ਇਸ ਗੱਲ ਦੇ ਉੱਤੇ ਕਿ ਸਿੱਖ ਕੌਮ ਨੂੰ ਨੁਕਸਾਨ ਨਾ ਪਹੁੰਚੇ ਉਹਨਾਂ ਨੇ ਜੋ ਕਾਰਵਾਈ ਕੀਤੀ ਤੇ ਪਹਿਲੋਂ ਜੋ ਕੁਛ ਇਕੱਠੇ ਹੁੰਦੇ ਰਹੇ ਜਨਰਲ ਸ਼ਬੀਕ ਸਿੰਘ ਉਹ ਕਿਉਂ ਆਇਆ ਵਿੱਚ ਕਿਉਂਕਿ ਉਹਨੂੰ ਜ਼ਲੀਲ ਕੀਤਾ ਗਿਆ ਜਦੋਂ ਬ੍ਰਿਗੇਡੀਅਰ ਮੇਜਰ ਜਨਰਲ ਬਣਿਆ ਬਣਾਉਣ ਵਾਲਾ ਜਨਰਲ ਮਾਨਸ਼ਾ ਉਹਨੇ ਲਿਬਰੇਸ਼ਨ ਆਫ ਬੰਗਲਾਦੇਸ਼ ਤੁਹਾਡੀ ਕਦੇ ਮੁਲਾਕਾਤ ਹੋਈ ਹੈ ਜਨਰਲ ਸ਼ਬੀਕ ਸਿੰਘ ਨਾਲ? ਯੈਸ ਪਹਿਲੋਂ ਜਦੋਂ ਫੌਜ 'ਚ ਸੀਗੇ ਪਹੁੰਚੇ ਜੀ ਉਹਨੇ ਜਨਰਲ ਸ਼ਬੀਕ ਸਿੰਘ ਜਿਹਨੇ ਕੰਮ ਕੀਤਾ ਦੇਖੋ ਉਹ ਮੈਂ ਗੱਲ ਕਰਦਾ ਮੈਂ ਲਿਖ ਵੀ ਚੁੱਕਿਆ ਕਿ ਜਦੋਂ ਮੁਖਤੀ ਬਾਣੀ ਕੀਤੀ ਗਈ ਤੇ ਅੰਮ੍ਰਿਤਸਰ ਦੇ ਜੰਪਲ ਜਰਨਲ ਬਾਜ ਫੀਲਡ ਮਾਰਸ਼ਲ ਮਾਨਕ ਸ਼ਾਹ ਨੇ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਤੇ ਚੁਣਿਆ ਕੌਮੀ ਪੱਧਰ ਦੇ ਐਥਲੀਟ ਉਹਨਾਂ ਨੇ ਚੁਣਿਆ ਔਰ ਉਹਨਾਂ ਨੂੰ ਬੜੇ ਵੱਡੇ ਅਵਾਰਡ ਮਿਲੇ ਉਹਨਾਂ ਨੇ ਟ੍ਰੇਨ ਕੀਤਾ 7 ਮਹੀਨਿਆਂ ਤੱਕ ਉਹਨਾਂ ਨੇ ਆਪਣੇ ਪਰਿਵਾਰ ਨੂੰ ਚਿੱਠੀ ਤੱਕ ਨਹੀਂ ਲਿਖੀ ਔਰ ਮੁਖਤੀ ਬਾਣੀ ਨੂੰ ਟ੍ਰੇਨ ਕਰਦੇ ਰਹੇ ਔਰ ਜੋ ਹਮਲਾ ਕਾਮਯਾਬ ਹੋਇਆ ਇਹ ਮੈਂ ਗੱਲ ਕਰਦਾ ਇਹਦੀ ਬੰਗਲਾਦੇਸ਼ ਦੀ ਉਸ ਤੋਂ ਬਾਅਦ ਮਾਨਕ ਸ਼ਾਹ ਨੇ ਉਹਨਾਂ ਨੂੰ ਜਨਰਲ ਬਣਾਇਆ ਔਰ ਮਗਰ ਉਹਨਾਂ ਨੂੰ ਇੱਕ ਛੋਟੇ ਜਿਹੇ ਨੇ ਤੋਹਫਾ ਲਿਆ ਰਿਟਾਇਰਮੈਂਟ ਟਾਈਮ ਤੇ ਇਹਨੂੰ ਰਗੜਦੇ ਹੋ ਕੇ ਫਿਰ ਉਹਦੇ ਮਨ 'ਚ ਫਿਰ ਗੁੱਸਾ ਤੇ ਸੀਗਾ ਉਹ ਵੀ ਉਹ ਸ਼ਾਮਲ ਹੋਇਆ ਮੇਰਾ ਮਤਲਬ ਪਰ ਬਹੁਤ ਹੀ ਕਾਬਲ ਇੱਕ ਅਫਸਰ ਉਹ ਜਿਹਨੇ 65 ਦੀ ਜੰਗ 'ਚ ਵੀ ਹਿੱਸਾ ਲਿਆ 71 ਦੀ ਜੰਗ 'ਚ ਸੋ ਉਹਦੇ ਨਾਲ ਤੇ ਦੇਖੋ ਉਹਨੇ ਕਿਉਂ ਫੈਸਲਾ ਲਿਆ ਉਹਦੇ ਮਨ 'ਚ ਆ ਸੀਗਾ। ਕਾਲੂ ਸਾਹਿਬ ਜਦੋਂ ਤੁਹਾਡੇ ਮਨ 'ਚ ਵੀ ਚੱਲਿਆ ਹੋਣਾ ਜਦੋਂ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋ ਗਿਆ ਤੁਹਾਡੇ ਮਨ 'ਚ ਐ ਜੇ ਸਿੱਖ ਵੀ ਚੱਲ ਰਿਹਾ ਹੋਣਾ ਕੁਛ ਤੁਹਾਡੀ ਮੁਲਕ ਪ੍ਰਤੀ ਵੀ ਤੁਹਾਡੀ ਵਫਾਦਾਰੀ ਸੀ ਫੌਜ ਪ੍ਰਤੀ ਵੀ ਤੁਹਾਡੀ ਡਿਊਟੀ ਕੀ ਚੱਲ ਰਿਹਾ ਸੀ ਦਿਮਾਗ ਦੇ ਵਿੱਚ ਉਸ ਸਮੇਂ ਦੇਖੋ ਨਾਨਕ ਨਾਮ ਲੇਵਾ ਸਿੱਖ ਹੋਣ ਦੇ ਨਾਤੇ ਉਹਦੇ 'ਚ ਸਾਰੇ ਆ ਜਾਏ ਪਰ ਪੂਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਠੀਕ ਹੈ ਉਹਨਾਂ ਦੇ ਨਕਸ਼ੇ ਕਦਮ ਚਲਦਿਆਂ ਦੇਖੋ ਬੜੇ ਵਲਵਲੇ ਆਏ ਬੜਾ ਕਿ ਬਹੁਤ ਮਾੜਾ ਕੰਮ ਹੋਇਆ ਪਰ ਮੈਂ ਉਸ ਸਮੇਂ ਉਹਨਾਂ ਜਜ਼ਬਾਤਾਂ ਨੂੰ ਕਾਇਮ ਰੱਖਦਿਆਂ ਕਿ ਉਹ ਮੇਰੇ ਸਿੱਖ ਪਲਟਨ ਕੁਮਾਰੇ ਤਾਂ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਪਲਟਨ ਦਾ ਨੁਕਸਾਨ ਹੋਏ ਕੋਈ ਜਵਾਨ ਇੱਥੋਂ ਭੱਜੇ ਕਿਉਂਕਿ ਮੈਨੂੰ ਪਤਾ ਸੀ ਕਿ ਇਹਦੇ ਕਨਸੀਕੁਐਂਸਸ ਕੀ ਹੋ ਸਕਦੇ ਨੇ ਤੇ ਮੈਂ ਆਪਣੇ ਉੱਥੇ ਗੁਰਦੁਆਰਾ ਸਾਹਿਬ 'ਚ ਆਪਣੇ ਪੁੰਛ ਵਿਖੇ ਮੇਰਾ ਜੋ ਗੁਰਦੁਆਰਾ ਸੀਗਾ ਤੇ ਮੈਂ ਉੱਥੇ ਆਪਣੇ ਗ੍ਰੰਥੀ ਸਾਹਿਬ ਨਾਲ ਲੈ ਕੇ ਮੇਰਾ ਸੂਬੇਦਾਰ ਮੇਜਰ ਤੇ ਕੁਝ ਹੋਰ ਦੋ ਚਾਰ ਕਿਉਂਕਿ ਮੈਂ ਪਾਠ ਕਰਦਾ ਸੀ ਉੱਥੇ ਜਾ ਕੇ ਅਕਾਲ ਪੁਰਖ ਦੀ ਆਰਾਧਨਾ ਕੀਤੀ ਤੇ ਮੈਂ ਫਿਰ ਫਰਿਆਦ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਤੇ ਇਹ ਤਾਂ ਕਿ ਇਹ ਮੇਰੀ ਫਰਿਆਦ ਸੀਗੀ ਇਹ ਮੇਰੀ ਮੈਂ ਸਮਝਾਂ ਮੇਰੀ ਅੰਦਰੂਨੀ ਭਾਵਨਾ ਜਾਗੀ ਔਰ ਮੈਨੂੰ ਸਟਰੈਂਥ ਮਿਲੀ ਕਿ ਇਸ ਸਮੇਂ ਮੌਕਾ ਹੈਗਾ ਇਸ ਸਮੇਂ ਲੋੜ ਹੈਗੀ ਮੌਕਾ ਸੰਭਾਲਣ ਦੀ ਤੇ ਉਹ ਅਕਾਲ ਪੁਰਖ ਨੇ ਬਹੁਤ ਕੀਤੀ ਮੌਕਾ ਸੰਭਾਲ ਲਿਆ ਔਰ ਮੈਂ ਬਣਿਆ ਹੀ ਬ੍ਰਿਗੇਡੀਅਰ ਆਪਣੀ ਪਲਟਨ ਕਰਕੇ ਉਹਦੇ ਯੋਗਦਾਨ ਕਰਕੇ ਯੋਗਦਾਨ ਜੰਗ 'ਚ ਨਹੀਂ ਬਾਅਦ 'ਚ ਪਾਉਂਦੇ ਰਹੇ ਸੋ ਇਸ ਵਾਸਤੇ ਮੇਰੀ ਤਾਂ ਦੇਖੋ ਬੜਾ ਅਟੁੱਟ ਵਿਸ਼ਵਾਸ ਹੈ ਜੀ ਤੇ ਮੈਂ ਜੇ ਬਤਾ ਦਿਆਂ ਤੇ ਹੁਣ ਵੀ ਅੱਜ ਕੱਲ੍ਹ ਮੈਂ 7ਵਾਂ 8ਵਾਂ ਮੇਰਾ ਸਹਿਜ ਪਾਠ ਚੱਲਿਆ ਲਗਾਤਾਰ ਮੈਂ ਕਰ ਰਿਹਾ ਮੈਨੂੰ ਗੁਰੂ ਨਾਨਕ ਅੱਛਾ ਮੈਂ ਉੱਥੇ ਜਾ ਕੇ ਬਹੁਤ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਬੜੀ ਮੁਸ਼ਕਿਲ ਨਾਲ 2 ਵਾਰੀ ਮੇਰਾ ਕੈਂਸਲ ਹੋ ਗਿਆ ਮੈਂ ਕਰਤਾਰਪੁਰ ਸਾਹਿਬ ਜਾ ਕੇ ਆਇਆ ਮੈਂ ਕਿਹਾ 9 ਮਾਰਚ ਨੂੰ ਸ਼ਾਇਦ 10 ਮਾਰਚ ਨੂੰ ਇਲੈਕਸ਼ਨ ਰਿਜ਼ਲਟ ਹੈ ਇੱਕ ਦਿਨ ਪਹਿਲਾਂ 10 ਮਾਰਚ ਨੂੰ ਰਿਜ਼ਲਟ ਹੈ ਤੇ ਮੈਂ 9 ਨੂੰ ਉੱਥੇ ਜਾ ਕੇ ਬੜੀ ਮੁਸ਼ਕਿਲ ਮਿਲੀ ਤੇ ਬੜੀ ਮੁਸ਼ਕਿਲ ਨਾਲ ਉੱਥੇ ਵੀ ਥੋੜੀ ਰੁਕਾਵਟ ਆਈ ਜਾਣ ਲੱਗਿਆ ਮੇਰੇ ਇੱਥੋਂ ਤੇ ਮੈਨੂੰ ਡਰਾਈਵਰ ਲੈ ਗਏ ਉੱਥੇ ਵੀ ਉੱਥੋਂ ਦਾ ਡਰਾਈਵਰ ਮੇਰੇ ਉਹ ਪਿੱਠ ਦਰਦ ਕਰਦੀ ਸੀ ਤੇ ਮੈਂ ਜਦੋਂ ਜੁੱਤੇ ਪਾ ਕੇ ਆਪਣੇ ਕਾਦੀਆਂ ਤੋਂ ਚੱਲਣ ਲੱਗਾ ਤੇ ਮੈਨੂੰ ਬੜੀ ਦਰਦ ਹੋਈ ਤੇ ਉਹ ਡਰਾਈਵਰ ਮੇਰੇ ਨਾਲ ਸੀ ਪਰ ਇੱਕ ਲੜਕਾ ਨਾਲ ਸੀ ਜਿਹੜਾ ਪਹਿਲਾਂ ਡਰਾਈਵ ਕਰਦਾ ਉਹ ਕਹਿੰਦਾ ਮੇਰੇ ਵੀ ਗੋਡੇ ਦਰਦ ਤੇ ਮੈਂ ਆਪ ਗੱਡੀ ਚਲਾ ਕੇ ਜਦੋਂ ਉਹ ਤੋਂ ਪਹੁੰਚਿਆ ਕੋਰੀਡੋਰ ਕ੍ਰਾਸ ਕਰਕੇ ਪਾਕਿਸਤਾਨ ਪਹੁੰਚ ਕੇ ਮੱਥਾ ਟੇਕਿਆ ਕਿਉਂਕਿ ਮੈਂ ਸਿਆਲਕੋਟ ਦਾ ਜੰਪਲ ਹਾਂ ਧਮਥਲ ਮੇਰਾ ਪਿੰਡ ਮੈਂ ਮੱਥਾ ਟੇਕਿਆ ਉਸ ਪਿੱਤਰ ਧਰਤੀ ਨੂੰ ਤੇ ਮੇਰੀ ਪਿੱਠ ਦਰਦ ਕਰਨੀ ਦੂਰ ਹੋ ਗਈ ਬੜੇ ਖੁੱਲੇ ਦਰਸ਼ਨ ਦਿਦਾਰੇ ਕੀਤੇ ਗੁਰੂ ਨਾਨਕ ਸਾਹਿਬ ਦੇ ਉਸ ਮੈਂ ਸਮਝਾਂ ਇਹੋ ਜਿਹਾ ਮਾਹੌਲ ਇਹੋ ਜਿਹਾ ਵਾਤਾਵਰਨ ਕਿ ਮੈਨੂੰ ਤੇ ਲੰਗਰ ਛਕਣ ਦਾ ਵੀ ਭੁੱਖ ਨਾ ਰਹੀ ਤੇ ਮੈਂ ਤੇ ਗੁਰੂ ਸਾਹਿਬਾਂ ਦੇ ਦੇਖੋ ਆਦੇਸ਼ਾਂ ਦੇ ਮੁਤਾਬਕ ਚੱਲਦਿਆਂ ਹੋਇਆਂ ਮੇਰੀ ਤੇ ਇਹੋ ਹੀ ਅਰਦਾਸ ਰਹੀ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ ਜਿਨ੍ਹਾਂ ਨੇ ਜੂਨ 1984 ਦਾ ਜ਼ਿਕਰ ਕੀਤਾ ਹੈ ਜਦੋਂ ਫੌਜ ਦੇ ਵੱਲੋਂ ਸਿੱਖਾਂ ਦੇ ਸਭ ਤੋਂ ਵੱਡੇ ਤਖਤ ਜਿਸ ਨੂੰ ਸੁਪਰੀਮ ਕੋਰਟ ਵੀ ਕਿਹਾ ਜਾਂਦਾ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਇਹਨਾਂ ਦੀ ਡਿਊਟੀ ਆਪਦੇ ਵੱਲੋਂ ਹੀ ਇਹਨਾਂ ਨੇ ਲਗਾਈ ਸੀ ਇੱਕ ਪਲਟਨ ਨੂੰ ਜੋ
ਬਗਾਵਤ ਕਰ ਰਹੀ ਸੀ। ਬੜੇ ਹੀ ਔਖੇ ਤਰੀਕੇ ਦੇ ਨਾਲ, ਬੜੀ ਹੀ ਸਕੀਮ ਦੇ ਨਾਲ ਇਹਨਾਂ ਨੇ ਕੰਟਰੋਲ ਕੀਤਾ। ਨਾਲ ਦੀ ਨਾਲ ਇੱਕ ਅਫਸਰ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ, ਜਿਸ ਨੇ ਜਦੋਂ ਉਸ ਲਾਸ਼ਾਂ ਤੇ ਸੰਸਕਾਰ ਦੇ ਲਈ ਅਰਦਾਸ ਕਰ ਰਹੇ ਸੀ, ਉਹਨੇ ਹੱਥ ਜੋੜੇ ਅਫਸਰ ਨੇ, ਜਾਂ ਫਿਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਜਿਹੜੀ ਡੈੱਡ ਬੋਡੀ ਸੀ, ਉਹਨੂੰ ਜਿਹੜੀ ਦੇਹ ਸੀ ਮ੍ਰਿਤਕ, ਉਹਨਾਂ ਦੀ ਲੱਤ ਸੀ ਜਿਹੜੀ ਲਟਕਦੀ ਰਹੀ ਸੀ, ਉਹਨੂੰ ਸਹਾਰਾ ਦੇਣ ਕਰਕੇ ਉਹਨਾਂ ਨੂੰ ਵੀ ਜਿਹੜੀ ਸਜ਼ਾ ਭੁਗਤਣੀ ਪਈ ਫੌਜ ਦੇ ਐਕਟ ਦੇ ਅਧੀਨ। ਉਹਨਾਂ ਤੇ ਵੀ ਵੱਡੀ ਕਾਰਵਾਈ ਹੋਈ ਹੈ। ਅਹਿਮ ਖੁਲਾਸੇ ਕੀਤੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਇਹਨਾਂ ਨੇ ਪਹਿਲੀ ਵਾਰ ਇਹ ਇੰਟਰਵਿਊ ਜਿਹੜੀ ਸਾਡੇ D5 ਚੈਨਲ ਪੰਜਾਬੀ ਤੇ ਸਾਂਝੀ ਕੀਤੀ ਆ, ਤੇ ਇਸ ਘਟਨਾ ਦਾ ਜ਼ਿਕਰ ਅੱਜ ਪਹਿਲੀ ਵਾਰ ਹੀ ਇਸ ਚੈਨਲ ਤੇ ਕੀਤਾ ਹੈ। ਕਾਲੋ ਸਾਹਿਬ, ਤੁਹਾਡਾ ਬਹੁਤ ਬਹੁਤ ਇਹ 'ਚ ਧੰਨਵਾਦ। ਕੋਈ ਸ਼ੱਕ ਨਹੀਂ, ਇਹ ਤੁਸੀਂ ਮੈਨੂੰ ਪ੍ਰੇਰਿਤ ਕੀਤਾ ਔਰ ਮੇਰੇ ਅੰਦਰ ਜਜ਼ਬਾਤ ਸਨ ਤੇ ਮੈਂ ਪਹਿਲੀ ਵਾਰੀ ਇਸ ਕਿਸਮ ਦੀ ਇੰਟਰਵਿਊ ਹੈ। ਔਰ ਮੈਂ ਇਹ ਵੀ ਦੱਸ ਦਿਆਂ, ਜੀ। ਮੈਂ ਇਸ ਬਾਰੇ ਹੁਣ ਲੇਖ ਲਿਖ ਕੇ ਵੀ ਅੱਜ ਆਪਣੇ ਇੱਕ ਸਪੋਕਸਮੈਨ, ਕਿਉਂਕਿ ਉਹ ਹੱਕ ਸੱਚ ਇਨਸਾਫ ਦਾ ਪੇਪਰ ਵਾਲਾ ਪੇਪਰ ਹੈ, ਨਾਲ ਆਉਂਦਾ, ਮੈਂ ਉਹਨੂੰ ਭੇਜਦੇ ਆ, ਛਾਪਦੇ ਨਹੀਂ ਛਾਪਦੇ, ਇਹ ਪਹਿਲੀ ਵਾਰੀ ਹੋਇਆ ਜੀ। ਤੇ ਥੈਂਕ ਬਹੁਤ ਯੂ ਬਹੁਤ ਵੈਰੀ ਮਚ। ਧੰਨਵਾਦ ਜੀ ਸਮਾਂ ਦੇਣ ਲਈ। ਤੁਸੀਂ ਲਗਾਤਾਰ D5 ਚੈਨਲ ਪੰਜਾਬੀ ਦੇ ਨਾਲ ਜੁੜੇ ਰਹੋ। ਅਸੀਂ ਤੁਹਾਡੀ ਹੋਰ ਵੀ ਜਿਹੜੇ ਪ੍ਰਤੱਖਦਰਸ਼ੀ ਸੀ, ਚਸ਼ਮਦੀਦ ਸੀ, ਜਿਨ੍ਹਾਂ ਨੇ ਇਹ ਸੰਤਾਪ ਹੰਢਾਇਆ, ਉਸ ਸਮੇਂ ਦੀ ਹਕੂਮਤ ਨੇ ਅਟੈਕ ਕਰਨ ਦੇ ਜਿਹੜੇ ਹੁਕਮ ਦਿੱਤੇ ਸੀ, ਉਹ ਜ਼ਖਮ ਜੂਨ ਦੇ ਮਹੀਨੇ ਫਿਰ ਹਰੇ ਹੋ ਜਾਂਦੇ ਨੇ। ਅਸੀਂ ਲਗਾਤਾਰ ਤੁਹਾਡੀ ਉਹਨਾਂ ਵਿਅਕਤੀਆਂ ਦੇ ਨਾਲ ਗੱਲਬਾਤ ਕਰਾਵਾਂਗੇ। ਤੁਸੀਂ D5 ਚੈਨਲ ਪੰਜਾਬੀ ਦੇ ਨਾਲ ਜੁੜੇ ਰਹੋ, ਦੇਖਦੇ ਰਹੋ। ਕੈਮਰਾਮੈਨ ਜੌਨਸਨ ਦੇ ਨਾਲ ਕੁਲਦੀਪ ਸਿੰਘ ਕੋੜੇ, D5 ਚੈਨਲ ਪੰਜਾਬੀ, ਚੰਡੀਗੜ੍ਹ।